ਦਵਾਈ ਬੇਸਿਕਲੀ ਜਿਹੜੀ ਬਿਊਪਰੀਨੋਰਫਿਨ ਹੈ ਇਹ ਇੱਕ ਓਪੀਓਇਡ ਹੀ ਹੈਗਾ ਤੇ ਮਤਲਬ ਸਬਸਟੀਟਿਊਟ ਆਫ ਹੈਰੋਇਨ ਕਹਿ ਸਕਦੇ ਹਾਂ। ਇਟ ਇਜ਼ ਅ ਸਬਸਟੀਟਿਊਟ ਆਫ ਹੈਰੋਇਨ। ਹਾਂਜੀ। ਤੇ ਇਹਦਾ ਮਤਲਬ ਇਹ ਹੈ ਵੀ ਅਸੀਂ ਹੈਰੋਇਨ ਛਡਾਈ ਤੇ ਬਿਊਪਰੀਨੋਰਫਿਨ ਲਾਤੀ। ਕਿਤੇ ਨਾ ਕਿਤੇ ਦੇਖੋ ਬਿਊਪਰੀਨੋਰਫਿਨ FDA ਅਪਰੂਵਡ ਡਰੱਗ ਹੈਗੀ ਹੈ ਫॉर द ਟ੍ਰੀਟਮੈਂਟ ਆਫ ਓਪੀਓਇਡ ਡਿਪੈਂਡੈਂਸ। ਪੋਸੀਬਲ ਤਾਂ ਹੀ ਹੈ ਜੇ ਸਾਈਕੈਟ੍ਰਿਸਟ ਨੂੰ ਜ਼ਿਲ੍ਹੇ ਦਾ ਜਿਵੇਂ ਹੁਣ ਇੰਚਾਰਜ ਲਾਇਆ ਹੋਇਆ ਹੈ ਉਹ ਸਾਈਕੈਟ੍ਰਿਸਟ ਕੋਲੇ ਸਾਰੇ ਪੇਸ਼ੈਂਟਸ ਜਿਹੜੇ ਹੈਗੇ ਆ ਉਹ ਰਿਵਿਊ ਕੀਤੇ ਜਾਣ, ਜਿਹਦੇ ਵਿੱਚ ਜਿਹੜੀਆਂ ਹੋਰ ਮਾਨਸਿਕ ਰੋਗਾਂ ਨੇ ਜਾਂ ਹੋਰ ਬਿਮਾਰੀਆਂ ਨੇ ਜਾਂ ਡਿਪਰੈਸ਼ਨ ਹੈ ਜਾਂ ਕੋਮੋਰਬਿਡ ਕੰਡੀਸ਼ਨਸ ਹੈਗੀਆਂ ਉਹਨਾਂ ਦਾ ਇਲਾਜ ਜਦ ਤੱਕ ਨਹੀਂ ਹੁੰਦਾ ਜਾਂ ਕਾਉਂਸਲਿੰਗਸ ਜਦ ਤੱਕ ਨਹੀਂ ਹੁੰਦੀਆਂ ਜਾਂ ਫੈਮਿਲੀ ਨੂੰ ਇਨਵੋਲਵ ਕਰਕੇ ਟ੍ਰੀਟਮੈਂਟ ਨਹੀਂ ਹੁੰਦਾ ਜਾਂ ਸੋਸਾਇਟੀ ਨੂੰ ਇਨਵੋਲਵ ਕਰਕੇ ਟ੍ਰੀਟਮੈਂਟ ਨਹੀਂ ਹੁੰਦਾ, ਮੇਰੇ ਖਿਆਲ ਨਾਲ ਉਹ ਸਕਸੈਸਫੁਲ ਟ੍ਰੀਟਮੈਂਟ ਕਦੇ ਵੀ ਪੋਸੀਬਲ ਨਹੀਂ ਹੈ। ਨਮਸਕਾਰ, ਸਤਿ ਸ਼੍ਰੀ ਅਕਾਲ। ਮੈਂ ਹਾਂ ਦੀਪਕ ਭੰਡਾਰੀ ਤਾਂ ਤੁਸੀਂ ਦੇਖ ਰਹੇ ਹੋ D4U ਨਿਊਜ਼। ਪੰਜਾਬ 'ਚ ਨਸ਼ਾ ਇੱਕ ਬੜਾ ਵੱਡਾ ਮੁੱਦਾ ਹੈ। ਕੋਈ ਦਿਨ ਸ਼ਾਇਦ ਹੀ ਇਸ ਤਰ੍ਹਾਂ ਦਾ ਜਾਂਦਾ ਹੋਵੇਗਾ ਜਿਸ ਦਿਨ ਕੋਈ ਨਾ ਕੋਈ ਮੌਤ ਪੰਜਾਬ 'ਚ ਨਸ਼ੇ ਕਰਕੇ ਨਾ ਹੁੰਦੀ ਹੋਵੇ। 2018 ਦੇ ਵਿੱਚ ਸਰਕਾਰ ਵੱਲੋਂ ਇੱਕ ਪ੍ਰੋਗਰਾਮ ਚਲਾਇਆ ਗਿਆ ਸੀ, ਨਸ਼ਾ ਛੁਡਾਊ ਸੈਂਟਰ ਖੋਲ੍ਹੇ ਗਏ ਸਨ, ਓਟਸ ਕਲੀਨਿਕ ਬਣਾਏ ਗਏ ਸਨ। ਮਕਸਦ ਸੀ ਜਿਹੜੇ ਲੋਕ ਨਸ਼ਾ ਕਰਦੇ ਨੇ ਉਹਨਾਂ ਨੂੰ ਸਹੀ ਰਸਤੇ ਤੇ ਲਿਆ ਜਾਏ। ਇਹ ਉਹ ਸੀਗੇ ਲੋਕ ਜਿਹੜੇ ਹੈਰੋਇਨ ਪੀਂਦੇ ਸੀ ਜਾਂ ਟੀਕੇ ਲਗਾਉਂਦੇ ਸੀਗੇ। ਕੀ ਇਹ ਪ੍ਰੋਗਰਾਮ ਠੀਕ ਚੱਲ ਰਿਹਾ ਹੈ ਜਾਂ ਨਹੀਂ, ਇਹਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ। ਅੱਜ ਡਾਕਟਰ ਹਰਜੋਤ ਸਿੰਘ ਨਿਊਰੋ ਸਾਈਕੈਟ੍ਰਿਕ ਸੈਂਟਰ ਦੇ ਮਾਹਿਰ ਨੇ। ਡਾਕਟਰ ਹਰਜੋਤ ਸਿੰਘ ਇਹ ਮਨੋਰੋਗ ਵਿਸ਼ੇਸ਼ੱਗ ਨੇ। ਐਸੀ ਇੱਕ ਰਿਪੋਰਟ ਹੈ ਕਿ 12 ਤੋਂ 15% ਜਿਹੜੇ ਲੋਕ ਨੇ ਉਹ ਕੋਈ ਨਾ ਕੋਈ ਨਸ਼ਾ ਪੰਜਾਬ ਵਿੱਚ ਕਰਦੇ ਨੇ। ਸਤਿ ਸ਼੍ਰੀ ਅਕਾਲ ਹਰਜੋਤ ਜੀ, ਸਾਡੇ D4U ਨਿਊਜ਼ ਚੈਨਲ 'ਤੇ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਦੀਪਕ ਜੀ, ਬਹੁਤ ਥੈਂਕਫੁਲ ਹਾਂ ਤੁਹਾਡਾ ਕਿ ਤੁਸੀਂ ਅੱਜ ਇੱਕ ਅਹਿਮ ਮੁੱਦੇ ਦੇ ਲਈ ਮੈਨੂੰ ਇਨਵਾਈਟ ਕੀਤਾ ਹੈ ਡਿਸਕਸ਼ਨ ਦੇ ਲਈ। ਜੀ ਪਹਿਲਾ ਲਕਸ਼ਣ ਮੇਰਾ ਸਵਾਲ ਹੈ ਵੀ ਪੰਜਾਬ 'ਚ ਕਿੰਨੇ ਓਟਸ ਸੈਂਟਰ ਚੱਲ ਰਹੇ ਨੇ, ਕਿੰਨੇ ਪ੍ਰਾਈਵੇਟ ਨੇ ਤੇ ਕਿੰਨੇ ਸਰਕਾਰੀ ਨੇ? ਇਹਦੇ ਨਾਲ ਹੀ ਹੈ ਜੀ ਵੀ ਉੱਥੇ ਕਿੰਨੇ ਮਰੀਜ਼ਾਂ ਦਾ ਇਲਾਜ ਚੱਲ ਰਿਹਾ? ਦੀਪਕ ਜੀ ਇਸ ਤਰ੍ਹਾਂ ਹੈ ਕਿ ਪੰਜਾਬ ਦੇ ਅੰਦਰ ਜਿਹੜੇ ਇਹ ਓਟ ਸੈਂਟਰਸ ਦਾ ਪ੍ਰੋਗਰਾਮ ਲਾਂਚ ਕੀਤਾ ਗਿਆ ਸੀ 2018 ਦੇ ਅੰਦਰ, ਉਦੋਂ ਇਨੀਸ਼ੀਏਸ਼ਨ ਦੇ ਉੱਤੇ ਕਰੀਬਨ 60 ਤੋਂ 70 ਸੈਂਟਰ ਸੀਗੇ ਜੋ ਕਿ ਬਾਅਦ ਦੇ ਅੰਦਰ ਵੱਧ ਕੇ 200 ਸੈਂਟਰਸ ਦੇ ਕਰੀਬ ਜਿਹੜੇ ਓਟ ਸੈਂਟਰਸ ਨੇ ਉਹ ਰਨ ਕਰ ਰਹੇ ਨੇ ਪੰਜਾਬ ਦੇ ਅੰਦਰ। ਓਟ ਮਾਨੇ ਓਪੀਓਇਡ ਅਸਿਸਟਿਡ ਟ੍ਰੀਟਮੈਂਟ ਸੈਂਟਰ ਜੀ। ਸੋ ਇਹਦੇ ਨਾਲ ਹੀ ਪ੍ਰਾਈਵੇਟ ਡੀ ਐਡਿਕਸ਼ਨ ਸੈਂਟਰਸ ਨੇ ਜਿਨ੍ਹਾਂ ਦੇ ਵਿੱਚ ਜਿਹੜੇ ਰਜਿਸਟਰਡ ਸੈਂਟਰਸ ਹੈਗੇ ਨੇ ਉਹ ਕਰੀਬਨ 176 ਪ੍ਰਾਈਵੇਟ ਡੀ ਐਡਿਕਸ਼ਨ ਸੈਂਟਰ ਜਿਹੜੇ ਹੈਗੇ ਆ ਉਹ ਰਜਿਸਟਰਡ ਹੈਗੇ ਨੇ। ਜਦੋਂ ਇਹ ਪ੍ਰੋਗਰਾਮ ਸਟਾਰਟ ਹੋਇਆ ਸੀ ਇਹਨੂੰ ਬਹੁਤ ਭਰਵਾਂ ਹੁੰਗਾਰਾ ਮਿਲਿਆ ਸੀਗਾ। ਪੇਸ਼ੈਂਟਸ ਨੂੰ ਬਿਊਪਰੀਨੋਰਫਿਨ ਜਿਹੜੀ ਹੈਗੀ ਹੈ ਉਹ ਫ੍ਰੀ ਜਿਹੜੀ ਓਟ ਸੈਂਟਰਸ ਦੇ ਅੰਦਰ ਮਿਲਦੀ ਸੀ। ਇਹ ਡੋਜ਼ਿੰਗ ਇਸ ਤਰ੍ਹਾਂ ਪਲਾਨ ਕੀਤੀ ਗਈ ਸੀਗੀ ਕਿ ਪੇਸ਼ੈਂਟ ਜਦੋਂ ਜਾਏਗਾ ਤੇ ਉਹ ਪੇਸ਼ੈਂਟ ਆਪਣੀ ਉਸੇ ਟਾਈਮ ਤੇ ਡੋਜ਼ ਮੂੰਹ ਦੇ ਵਿੱਚ ਉਹਦੇ ਡਾਕਟਰਸ ਦੇਣਗੇ ਔਰ ਉਹ ਜਿਹੜਾ ਪੇਸ਼ੈਂਟ ਹੈਗਾ ਡੇਲੀ ਉਹਨੂੰ ਜਾਣਾ ਪੈਂਦਾ ਸੀਗਾ। ਜਦੋਂ ਇਨੀਸ਼ੀਏਸ਼ਨ ਹੋਈ ਸੀ ਇਸ ਦੀ ਪ੍ਰੋਗਰਾਮ ਦੀ, ਮੇਰੇ ਖਿਆਲ 'ਚ ਵੀ ਡਾਕਟਰ ਆਪਣੇ ਸਾਹਮਣੇ ਉਹਨੂੰ ਮੈਡੀਸਿਨ ਖਿਲਾਣਗੇ, ਉਸ ਦਵਾਈ ਦਾ ਮਿਸਯੂਜ਼ ਨਾ ਹੋਵੇ। ਹਾਂਜੀ, ਸੋ ਉਹ ਦਵਾਈ ਦਾ ਮਿਸਯੂਜ਼ ਕਿਉਂਕਿ ਉਹ ਦਵਾਈ ਬੇਸਿਕਲੀ ਜਿਹੜੀ ਬਿਊਪਰੀਨੋਰਫਿਨ ਹੈ ਇਹ ਇੱਕ ਓਪੀਓਇਡ ਹੀ ਹੈਗਾ ਤੇ ਸਬਸਟੀਟਿਊਟ ਹੈ। ਇਟ ਇਜ਼ ਅ ਸਬਸਟੀਟਿਊਟ ਆਫ ਹੈਰੋਇਨ। ਹਾਂਜੀ, it is basically an enantiomer of morphine which can be taken यानी कि ਉਹ sublingually यानी ਜ਼ਬਾਨ ਦੇ ਥੱਲੇ ਰੱਖ ਕੇ ਉਹ ਲਿੱਤੀ ਜਾ ਸਕਦੀ ਹੈ। ਸੋ ਇਹ ਗੋਲੀ ਜਿਹੜੀ ਹੈਗੀ ਹੈ ਇਹ ਸਟਾਰਟ ਹੋਈ ਸੀਗੀ। ਸੋ ਇਹ ਪ੍ਰੋਗਰਾਮ ਜਦੋਂ 2018 ਜੂਨ ਦੇ ਅੰਦਰ ਸਟਾਰਟ ਹੋਇਆ ਸੀ, ਇਹਦੇ ਨਾਲ ਹੀ ਹੋਰ ਪ੍ਰੋਗਰਾਮਸ ਵੀ ਸਟਾਰਟ ਹੋਏ ਸੀਗੇ ਜਿਨ੍ਹਾਂ ਦੇ ਅੰਦਰ ਇਹ ਜਿਹੜੇ ਓਟ ਕਲੀਨਿਕਸ ਦੇ ਨਾਲ ਡੈਪੋ ਪ੍ਰੋਗਰਾਮ ਔਰ ਮਾਏ ਬੜੀ ਪ੍ਰੋਗਰਾਮ ਜਿਹੜਾ ਹੈਗਾ ਉਹ ਵੀ ਸਟਾਰਟ ਹੋਇਆ ਸੀਗਾ। ਤੋ ਇਹ ਪ੍ਰੋਗਰਾਮਸ ਜਦੋਂ ਸਟਾਰਟ ਹੋਏ ਸੀਗੇ ਸੋ ਕਰੀਬਨ 1 ਸਾਲ ਦੇ ਬਾਅਦ 2019 ਦੇ ਅੰਦਰ 3,14,000 ਲੋਕਾਂ ਨੇ ਇਸ ਪ੍ਰੋਗਰਾਮ ਦੇ ਅੰਦਰ ਰਜਿਸਟਰ ਕਰਾਇਆ ਆਪਣੇ ਆਪ ਨੂੰ ਔਰ ਇਹਦੇ 1 ਸਾਲ ਦੇ ਅੰਦਰ ਅੱਜ ਕਿੰਨੇ ਪੇਸ਼ੈਂਟ ਅੱਜ ਦੀ ਤਰੀਕ ਦੇ ਅੰਦਰ ਇਹਦੇ ਅੰਦਰ ਕਰੀਬਨ 6,23,000 ਪੇਸ਼ੈਂਟ ਜਿਹੜੇ ਹੈਗੇ ਨੇ ਉਹ ਰਜਿਸਟਰਡ ਹੈਗੇ ਪੰਜਾਬ ਦੇ ਪੋਰਟਲ ਦੇ ਉੱਤੇ, ਗਵਰਨਮੈਂਟ ਪੋਰਟਲ। ਇਹ ਰਜਿਸਟਰਡ ਟ੍ਰੀਟਮੈਂਟ ਪੇਸ਼ੈਂਟਸ ਹੈ। ਹਾਂਜੀ, ਉਹ ਵੀ ਹੋਣੇ ਜਿਹੜੇ ਜੇ ਟ੍ਰੀਟਮੈਂਟ ਨਹੀਂ ਲੈ ਰਹੇ। ਕਾਫੀ ਪੇਸ਼ੈਂਟਸ ਇਹੋ ਜਿਹੇ ਹੋਣਗੇ ਜਿਹੜੇ ਜਾਂ ਤੇ ਨਸ਼ਾ ਹੀ ਕਰ ਰਹੇ ਨੇ ਅਜੇ, ਜਾਂ ਉਹ ਪੇਸ਼ੈਂਟਸ ਨੇ ਜਿਹੜੇ ਲੋਅਰ ਫਾਰਮ ਆਫ ਓਪੀਓਇਡਸ ਲੈਂਦੇ ਨੇ ਜਿਵੇਂ ਭੁੱਕੀ ਲੈ ਰਹੇ ਨੇ ਜਾਂ ਕੋਈ ਅਫੀਮ ਲੈ ਰਿਹਾ ਹੈਗਾ, ਜਾਂ ਉਹ ਪੇਸ਼ੈਂਟਸ ਨੇ ਜਿਹੜੇ ਅਜੇ ਇਸ ਨੈਟ ਦੇ ਅੰਦਰ ਨਹੀਂ ਆਏ ਜਾਂ ਕਿਉਂਕਿ ਇੱਥੇ ਦੇਖੋ ਆਧਾਰ ਕਾਰਡ ਨਾਲ ਰਜਿਸਟ੍ਰੇਸ਼ਨ ਹੁੰਦੀ ਹੈ ਇਹਦੀ
ਪੇਸ਼ੈਂਟ ਦਾ ਆਧਾਰ ਕਾਰਡ ਲੈ ਕੇ ਉਹਦੇ ਨਾਲ ਅਸੀਂ ਇਸ ਨੂੰ ਰਜਿਸਟਰ ਕਰਕੇ ਪ੍ਰੋਗਰਾਮ ਜਿਹੜਾ ਹੈਗਾ ਉਹ ਲਾਂਚ ਕਰਦੇ ਹਾਂ। ਉਹਦੇ ਤਾਂ ਉਹਦੀ ਐਂਟਰੀ ਪੈਂਦੀ ਹੈ ਔਰ ਤਾਂ ਉਸ ਦਾ ਜਿਹੜਾ ਹੈਗਾ ਉਸ ਦਾ ਪੋਰਟਲ ਤੇ ਰਜਿਸਟ੍ਰੇਸ਼ਨ ਹੀ ਤਾਂ ਪੂਰਾ ਹੁੰਦੀ ਇੱਕ ਹੈ, ਟ੍ਰਾਂਸਪੇਰੈਂਸੀ ਰੱਖੀ ਗਈ ਉਹਦੇ ਉੱਪਰ। ਪ੍ਰੋਪਰ ਟ੍ਰਾਂਸਪੇਰੈਂਸੀ ਹੈ ਜੀ। ਡਾਕਟਰ ਸਾਹਿਬ, ਇਹਦੇ ਨਾਲ ਮੇਰਾ ਇੱਕ ਜਿਹੜਾ ਅਹਿਮ ਸਵਾਲ ਇਹ ਹੈ ਕਿ ਜਿਹਨੂੰ ਲੋਕ ਵੀ ਜਾਨਣਾ ਚਾਹਣਗੇ, ਜਿਵੇਂ ਤੁਸੀਂ ਦੱਸਿਆ ਵੀ ਇੰਨੇ ਲੋਕ ਹੈ ਉਹਨਾਂ ਨੂੰ ਬੁਪਰੀਨੋਰਫਿਨ ਦਿੱਤੀ ਜਾ ਰਹੀ ਹੈ, ਵੀ ਕਿਆ ਜਿਹੜਾ ਇਹਦਾ ਇਲਾਜ ਨਸ਼ਾ ਛੁਡਾਉਣ ਦਾ ਸਿਰਫ ਜਿਹੜਾ ਇਲਾਜ ਹੈ, ਕਿਆ ਕੇਵਲ ਬੁਪਰੀਨੋਰਫਿਨ ਹੀ ਹੈ ਤੇ ਸਭ ਲੋਕਾਂ ਨੂੰ ਇੱਕੋ ਹੀ ਲਾਈਨ ਆਫ ਐਕਸ਼ਨ ਦੇਈ ਜਾਣਾ, ਤੇ ਇਹਦਾ ਮਤਲਬ ਤੇ ਇਹ ਹੈ ਵੀ ਅਸੀਂ ਹੀਰੋਇਨ ਛਡਾਈ ਤੇ ਬੁਪਰੀਨੋਰਫਿਨ ਲਾਤੀ? ਕਿਤੇ ਨਾ ਕਿਤੇ ਦੇਖੋ, ਬੁਪਰੀਨੋਰਫਿਨ FDA ਅਪਰੂਵਡ ਡਰੱਗ ਹੈਗੀ ਹੈ ਫॉर द ਟ੍ਰੀਟਮੈਂਟ ਆਫ ਓਪੀਓਇਡ ਡਿਪੈਂਡੈਂਸ। ਹੈਰੋਇਨ ਦੇ ਜਾਂ ਉਹਦੇ ਟ੍ਰੀਟਮੈਂਟ ਦੇ ਲਈ ਬੁਪਰੀਨੋਰਫਿਨ ਜਿਹੜੀ ਹੈਗੀ ਹੈ FDA WHO ਔਰ ਕਾਫੀ ਮਾਨਤਾ ਪ੍ਰਾਪਤ ਦਵਾਈ ਹੈਗੀ ਹੈ, ਕਿਉਂਕਿ ਇਹ ਇੱਕ ਸਬਸਟੀਟਿਊਟ ਹੈ। ਸੋ ਇਹਦੇ ਨਾਲ ਜਿਹੜੇ ਲੋਕ ਟੀਕਾ ਲਗਾ ਰਹੇ ਨੇ ਉਹ ਬੁਪਰੀਨੋਰਫਿਨ ਜਿਹੜੀ ਹੈਗੀ ਹੈ ਉਹ ਲੈ ਕੇ ਇਸ ਦੇ ਵਿਡਰੋਲ ਤੋਂ ਜਿਹੜਾ ਹੈਗਾ ਉਹ ਬਚ ਜਾਂਦੇ ਨੇ। ਸੋ ਜਦੋਂ ਇਹ ਪ੍ਰੋਗਰਾਮ ਲਾਂਚ ਹੋਇਆ ਸੀਗਾ ਉਹਦੇ ਅੰਦਰ ਇੱਕ SOPs ਬਣਾਏ ਗਏ ਸੀ, ਯਾਨੀ ਕਿ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਜਾਂ ਗਾਈਡਲਾਈਨਸ ਜਿਹੜੀਆਂ ਹੈਗੀਆਂ ਉਹ ਸਾਰੇ ਸੈਂਟਰਸ ਨੂੰ ਦਿੱਤੀਆਂ ਗਈਆਂ ਸੀਗੀਆਂ। ਜਦੋਂ ਇਹ ਗਾਈਡਲਾਈਨਸ ਬਣੀਆਂ ਸੀ ਉਹਨਾਂ ਗਾਈਡਲਾਈਨਸ ਦੇ ਅੰਦਰ ਬੜਾ ਸਪੈਸੀਫਿਕਲੀ ਲਿਖਿਆ ਗਿਆ ਸੀਗਾ ਕਿ ਬੁਪਰੀਨੋਰਫਿਨ ਦਾ ਜਿਹੜਾ ਯੂਜ਼ ਹੈਗਾ ਉਹ ਹੈਵੀ ਓਪੀਓਇਡ ਯੂਜ਼ਰਸ ਜਾਂ IV ਯੂਜ਼ਰਸ ਜਾਂ ਜਿਹੜੇ ਹੈਗੇ ਨੇ ਜਿਹੜੇ ਹੈਵੀ ਹੈਰੋਇਨ ਯੂਜ਼ਰਸ ਹੈਗੇ ਉਹਨਾਂ ਵਾਸਤੇ ਹੀ ਰਿਜ਼ਰਵਡ ਹੈਗਾ। ਬਾਕੀ ਪੇਸ਼ੈਂਟਸ ਵਾਸਤੇ ਇਹ SOPs ਪੰਜਾਬ ਸਰਕਾਰ ਵੱਲੋਂ 2018 ਦੇ ਅੰਦਰ ਸਾਰੇ ਸੈਂਟਰਸ ਨੂੰ ਬਤੌਰ ਗਾਈਡਲਾਈਨ ਦਿੱਤੀਆਂ ਗਈਆਂ ਸੀਗੀਆਂ। ਸੋ ਇਹਦੇ ਅੰਦਰ ਬਾਕੀ ਜਿਹੜੇ ਟ੍ਰੀਟਮੈਂਟ ਹੈਗੇ ਜਿਹੜੇ ਲੋ ਓਪੀਓਇਡ ਯੂਜ਼ਰਸ ਹੈਗੇ ਨੇ ਜਾਂ ਜਿਨ੍ਹਾਂ ਦੇ ਐਲਕੋਹਲ ਲੈ ਰਹੇ ਨੇ ਜਾਂ ਜਿਨ੍ਹਾਂ ਨੂੰ ਕ੍ਰੋਨਿਕ ਬ੍ਰੋਂਕਾਈਟਸ ਰਹਿੰਦਾ ਹੈਗਾ ਜਾਂ ਜਿਨ੍ਹਾਂ ਨੂੰ ਦੌਰੇ ਪੈਂਦੇ ਨੇ ਜਾਂ ਜਿਨ੍ਹਾਂ ਦੇ ਲਿਵਰ ਪ੍ਰੋਬਲਮਸ ਨਾਲ ਹੈਗੀਆਂ ਨੇ, ਉਹਨਾਂ ਵਾਸਤੇ ਬੁਪਰੀਨੋਰਫਿਨ ਦਾ ਜਿਹੜਾ ਯੂਜ਼ੇਜ ਆ ਉਹ ਰਿਜ਼ਰਵਡ ਰੱਖਿਆ ਗਿਆ ਸੀਗਾ। ਡਾਕਟਰ ਸਾਹਿਬ, ਫਿਰ ਗੱਲ ਉੱਥੇ ਹੀ ਹੈ ਜੀ। ਮੇਰਾ ਸਵਾਲ ਇਹ ਹੈ ਵੀ ਕਿ ਪਹਿਲੀ ਗੱਲ ਤੇ ਜਿੰਨੇ ਵੀ ਉਸ ਸੈਂਟਰ ਨੇ, ਕਿਆ ਉੱਥੇ ਸਾਈਕੈਟਰਿਸਟ ਹੈਗੇ ਨੇ, ਕਿਆ ਉੱਥੇ ਕਾਉਂਸਲਰਸ ਹੈਗੇ ਨੇ, ਵੀ ਕਿਆ ਸਰਕਾਰ ਨੇ ਉਸ ਸੈਂਟਰ ਤਾਂ ਬਣਾਤੇ ਤੇ ਸਿਰਫ ਉਹਨੂੰ ਇੱਕ ਜਿਹੜਾ ਮਰੀਜ਼ ਆਂਦਾ ਹੈ ਉਹਨੂੰ ਹੈਰੋਇਨ ਦਾ ਤੋੜ ਜਿਹਦਾ ਕਿਹਾ ਜਾਏ ਬੁਪਰੀਨੋਰਫਿਨ ਦੇ ਦਿੱਤੀ, ਉਹਨੂੰ ਖਵਾਈ। ਐਸਾ ਕਿਹਾ ਜਾਂਦਾ, ਕਈ ਗੱਲਾਂ ਐਸੇ ਸਾਹਮਣੇ ਵੀ ਆਉਂਦੇ, ਮੈਂ ਕਈ ਪੇਪਰਸ ਵੀ ਕਈ ਵਾਰੀ ਆਇਆ ਵੀ ਇਹਦਾ ਵੀ ਮਿਸਯੂਜ਼ ਹੁੰਦਾ ਹੈ। ਜਿਹੜੇ ਲੈ ਜਾਂਦੇ ਨੇ ਜ਼ਬਾਨ ਥੱਲੇ ਰੱਖ ਲੈਂਦੇ, ਉਹ ਅੰਦਰ ਨਹੀਂ ਲੈ ਕੇ ਜਾਂਦੇ, ਉਹਨੂੰ ਬਾਹਰ ਆ ਕੇ ਉਹਨੂੰ ਕੱਢ ਕੇ ਤੇ ਬਾਹਰ ਵੇਚਿਆ ਜਾਂਦਾ ਹੈ। ਇਹਦੇ ਨਾਲ ਤਾਂ ਮਤਲਬ ਜਿਹੜਾ ਸਰਕਾਰ ਦਾ ਬੇਸਿਕਲੀ ਮਕਸਦ ਸੀ ਕਿ ਇਹ ਬਿਮਾਰੀ ਨੂੰ ਜੜ ਤੋਂ ਮੁਕਾਇਆ ਜਾਏ, ਉਹ ਜੜ ਤੋਂ ਤਾਂ ਮੁੱਕੀ ਨਹੀਂ, ਬਿਮਾਰੀ ਤਾਂ ਉੱਥੇ ਦੀ ਉੱਥੇ ਹੀ ਹੈ। ਕਿਸੇ ਨਾ ਕਿਸੇ ਹੱਦ ਤੱਕ ਤਾਂ ਹੀ ਸਮੀਖਿਆ ਕਰਨ ਦੀ ਲੋੜ ਹੈਗੀ ਹੈ ਇਸ ਪ੍ਰੋਗਰਾਮ ਨੂੰ, ਕਿਉਂਕਿ ਇਹ ਪ੍ਰੋਗਰਾਮ ਦੇ ਵਿੱਚ ਮੋਡੀਫਿਕੇਸ਼ਨਸ ਹੋਈਆਂ ਸੀ ਉਸ ਤੋਂ ਬਾਅਦ। ਕਿਉਂਕਿ FDA ਨੇ ਹੋਰ ਕਾਫੀ ਗਾਈਡਲਾਈਨਸ ਦਿੱਤੀਆਂ ਨੇ, ਇਕੱਲੀ ਬੁਪਰੀਨੋਰਫਿਨ ਦੀ ਗਾਈਡਲਾਈਨ ਨਹੀਂ ਹੈਗੀ ਜਾਂ WHO ਦੀ ਗਾਈਡਲਾਈਨ ਨਹੀਂ ਹੈਗੀ। ਇਟ ਇਜ਼ ਨਾਟ ਓਨਲੀ ਰਿਜ਼ਰਵਡ ਟੂ ਯੂਜ਼ੇਜ ਆਫ ਬੁਪਰੀਨੋਰਫਿਨ। ਇਹਦੇ ਅੰਦਰ ਟ੍ਰਾਮਾਡੋਲ, ਟਿਪੈਂਟਾਡੋਲ, ਕਲੋਨੀਡੀਨ, ਹੋਰ ਮੈਡੀਕੇਸ਼ਨਸ ਜਿਹੜੀਆਂ ਹੋਰ ਵੀ ਡਰੱਗਸ ਹੈਗੀਆਂ ਜਿਹਦੇ ਨਾਲ ਇਲਾਜ ਕੀਤਾ ਜਾ ਸਕਦਾ, ਔਰ ਇਸ ਨੂੰ ਰੈਪਿਡ ਡੀਟੌਕਸੀਫਿਕੇਸ਼ਨ ਪ੍ਰੋਸੀਜਰ ਕਿਹਾ ਜਾਂਦਾ ਹੈ। ਸੋ ਰੈਪਿਡ ਡੀਟੌਕਸੀਫਿਕੇਸ਼ਨ ਜਿਹੜੀ ਹੈਗੀ ਹੈ ਉਹ ਕਰੀਬਨ 21 ਦਿਨ ਜਿਹੜਾ ਹੈਗਾ ਉਹ ਰੈਪਿਡ ਡੀਟੌਕਸ ਕਰਦੇ ਆ, ਔਰ ਟੋਟਲ ਜਿਹੜਾ ਇਹ ਪ੍ਰੋਗਰਾਮ ਹੈਗਾ ਇਹ 42 ਦਿਨ 42 ਡੇਜ਼ ਯਾਨੀ 6 ਵੀਕਸ ਤੋਂ 8 ਵੀਕਸ ਜਿਹੜੇ ਪੇਸ਼ੈਂਟ ਨੂੰ ਲੱਗਦੇ ਨੇ ਅਗਰ ਅਸੀਂ ਰੈਪਿਡ ਡੀਟੌਕਸ ਕਰਦੇ ਹਾਂ ਕੰਪਲੀਟਲੀ ਮੈਡੀਕੇਸ਼ਨ ਫ੍ਰੀ ਹੋਣ ਦੇ ਲਈ। ਸੋ ਇਹਦੇ ਅੰਦਰ ਜਿਹੜਾ ਇਹ ਪ੍ਰੋਗਰਾਮ ਬਣਾਇਆ ਗਿਆ ਸੀਗਾ, ਇਹਦੇ ਅੰਦਰ ਬਾਕੀ ਟ੍ਰੀਟਮੈਂਟ ਮੋਡੈਲਿਟੀਜ਼ ਵੀ SOPs ਦੇ ਅੰਦਰ ਇਨਕਲੂਡ ਕੀਤੀਆਂ ਗਈਆਂ ਸੀਗੀਆਂ। ਮਤਲਬ ਪੇਸ਼ੈਂਟ ਨੂੰ ਮਤਲਬ ਕੀ ਹੋਰ ਚੋਇਸ ਆਫ ਟ੍ਰੀਟਮੈਂਟ ਜਿਹੜਾ ਹੈਗਾ ਅਸੀਂ ਗਾਈਡ ਅਗਰ ਕਰੀਏ, ਨੈਲਟ੍ਰੈਕਸੋਨ ਜਿਹੜੀ ਹੈਗੀ ਹੈ, ਨੈਲਟ੍ਰੈਕਸੋਨ ਇੱਕ ਐਂਟੈਗੋਨਿਸਟ ਆ। ਐਂਟੈਗੋਨਿਸਟ ਮਤਲਬ ਕਿ ਇਹ ਜਿਹੜਾ ਹੈਗਾ ਇਹ ਨਸ਼ੇ ਨੂੰ ਸਫਾਈ ਕਰਨ 'ਚ ਹੈਲਪ ਕਰਦਾ ਬੋਡੀ ਦੇ ਅੰਦਰੋਂ, ਔਰ ਜਦੋਂ ਮਰੀਜ਼ ਦੁਬਾਰਾ ਲੈਂਦਾ ਉਹਨੂੰ ਇਫੈਕਟ ਨਹੀਂ ਆਉਂਦਾ। ਸੋ ਮਰੀਜ਼ ਜਿਹੜੇ ਹੈਗੇ ਨੇ ਫਿਰ ਦੁਬਾਰਾ ਓਪੀਓਇਡ ਯੂਜ਼ ਨਹੀਂ ਕਰਦੇ ਹੈਗੇ। ਪਰ ਇਹਦਾ ਜਿਹੜਾ ਯੂਜ਼ੇਜ ਆ ਉਹ ਰਿਜ਼ਰਵਡ ਰੱਖਿਆ ਗਿਆ ਸੀਗਾ ਸਿਰਫ ਇੱਕ ਕੈਟਾਗਰੀ ਆਫ ਪੇਸ਼ੈਂਟਸ ਦੇ ਲਈ, ਜਿਹੜੇ ਕਿ ਹਾਈਲੀ ਮੋਟੀਵੇਟਡ ਪੇਸ਼ੈਂਟਸ ਨੇ, ਔਰ ਇਹ ਪੇਸ਼ੈਂਟਸ ਜਿਹੜੇ ਹੈਗੇ ਨੇ ਜਿਨ੍ਹਾਂ ਨੂੰ ਓਪੀਓਇਡ ਜਿਹੜੀ ਰਿਪਲੇਸਮੈਂਟ ਹੈਗੀ ਹੈ ਉਹ ਨਹੀਂ ਕਰਨੀ ਹੈਗੀ, ਜਿਨ੍ਹਾਂ ਨੂੰ ਸ਼ਾਰਟ ਟਰਮ ਟ੍ਰੀਟਮੈਂਟ ਲੈਣਾ ਹੈਗਾ ਜਾਂ ਜਿਹੜੇ ਘੱਟ ਟਾਈਮ ਦੇ ਲਈ ਯੂਜ਼ ਕਰ ਰਹੇ ਸੀਗੇ, ਜਿਨ੍ਹਾਂ ਨੇ ਸਮਝ ਲਓ 6 ਮਹੀਨੇ ਤੋਂ ਘੱਟ ਯੂਜ਼ੇਜ ਹੈਗੀ ਹੈ। ਸੋ ਉਹਨਾਂ ਦੇ ਲਈ ਇਹ ਗਾਈਡਲਾਈਨਸ ਜਿਹੜੀਆਂ ਹੈਗੀਆਂ ਇਹ WHO ਨੇ, FDA ਨੇ ਪ੍ਰਮਾਣਿਤ ਕੀਤੀਆਂ ਨੇ। ਈਵਨ ਕਿ ਜਿਹੜੀਆਂ SOPs ਆਈਆਂ ਸੀ ਉਹਦੇ ਅੰਦਰ ਵੀ ਨੈਲਟ੍ਰੈਕਸੋਨ ਦਾ ਯੂਜ਼ ਜਿਹੜਾ ਹੈਗਾ ਉਹ ਬੜੇ ਸਪੈਸੀਫਿਕ ਤਰੀਕੇ ਦੇ ਨਾਲ ਦੱਸਿਆ ਗਿਆ ਸੀਗਾ।
ਹੁਣ ਇਹਦੇ ਤੇ ਸੈਕੰਡ ਪਾਰਟ ਜਿਹੜਾ ਤੁਹਾਡਾ ਕੁਐਸਚਨ ਹੈਗਾ ਕਿ ਕੀ ਇਹ ਜਿਹੜਾ ਯੂਜ਼ੇਜ ਹੈਗਾ ਕੀ ਜਿਹੜਾ ਟ੍ਰੀਟਮੈਂਟ ਹੈ ਸਿਰਫ ਇਹੀ ਹੈ, ਬੁਪਰੀਨੋਰਫਿਨ ਸਿਰਫ ਬਿਊਪਰੀਨੋਰਫਿਨ ਹੀ ਹੈ? ਸੋ ਨਹੀਂ, ਟ੍ਰੀਟਮੈਂਟ ਆਪਸ਼ਨਸ ਬਹੁਤ ਜ਼ਿਆਦਾ ਅਵੇਲੇਬਲ ਹੈਗੀਆਂ ਨੇ। ਹੁਣ ਸੈਡਲੀ ਹੋ ਕੀ ਰਿਹਾ ਹੈ ਕਿ ਜਿਹੜੇ ਓਟ ਸੈਂਟਰਸ ਦੇ ਅੰਦਰ ਜਿਹੜੇ ਡਾਕਟਰਸ ਨੇ ਉਹ ਜ਼ਰੂਰੀ ਨਹੀਂ ਹੈ ਕਿ ਉਹ ਟ੍ਰੇਨਡ ਸਾਈਕੈਟ੍ਰਿਸਟ ਹੀ ਹੈਗੇ ਨੇ। ਹੁਣ ਜਿਸ ਬੰਦੇ ਨੇ ਪੜ੍ਹਾਈ ਡੀ ਐਡਿਕਸ਼ਨ ਦੀ 3 ਸਾਲ ਲਗਾ ਕੇ ਕੀਤੀ ਹੈ, ਕਿਆ ਅਸੀਂ ਉਹਨਾਂ ਨੂੰ ਇਕੁਏਟ ਕਰ ਸਕਦੇ ਹੈਗੇ ਆ ਜਿਹੜੇ ਲੋਕ ਸਿਰਫ ਪਲੇਨ MBBS ਨੇ ਜਾਂ ਜਿਹੜੇ ਡਾਕਟਰਸ ਜਿਹੜੇ ਸਿਰਫ ਸ਼ਾਰਟ ਟਰਮ ਦੂਸਰੇ ਸਪੈਸ਼ਲਿਟੀਜ਼ ਚੋਂ ਹੈਗੇ ਨੇ, ਜਾਂ ਉਹਨਾਂ ਨੇ ਸ਼ਾਰਟ ਟਰਮ ਜਿਹੜਾ ਇਹਦਾ ਕੋਈ ਕੋਰਸ ਜਾਂ ਉਹ ਕੀਤਾ ਹੈਗਾ। ਸੋ ਕਿਤੇ ਨਾ ਕਿਤੇ ਅਸੀਂ ਸਿਰਫ ਬਿਊਪਰੀਨੋਰਫਿਨ ਦੇਣ ਦੇ ਲਈ ਡਾਕਟਰਸ ਨੂੰ ਉੱਥੇ ਰੱਖਿਆ ਹੋਇਆ ਹੈ ਜਾਂ ਇੱਕ ਕੰਪਰੀਹੈਂਸਿਵ ਟ੍ਰੀਟਮੈਂਟ ਜਿਹੜਾ ਹੈਗਾ ਉਹਦੇ ਲਈ ਅਸੀਂ ਕਰਨਾ ਹੈ। ਸੋ ਅਗਰ ਮੈਂ ਲੌਜਿਕ ਲਗਾਵਾਂ ਇਸ ਚੀਜ਼ ਦੇ ਉੱਤੇ ਤੇ ਸਿਰਫ ਜਿਹੜੀ ਇਹ ਇਲਨੈਸ ਆ, ਜਿਹੜੀ ਓਪੀਓਇਡ ਡਿਪੈਂਡੈਂਸ ਹੈਗੀ ਹੈ, ਇਹ ਇੱਕ ਬਹੁਪੱਖੀ ਬਿਮਾਰੀ ਹੈ ਜਿਹਦੇ ਵਿੱਚ ਜਿਹੜੀਆਂ ਹੋਰ ਮਾਨਸਿਕ ਰੋਗਾਂ ਨੇ ਜਾਂ ਹੋਰ ਬਿਮਾਰੀਆਂ ਨੇ ਜਾਂ ਡਿਪਰੈਸ਼ਨ ਹੈ ਜਾਂ ਕੋਮੋਰਬਿਡ ਕੰਡੀਸ਼ਨਸ ਹੈਗੀਆਂ, ਉਹਨਾਂ ਦਾ ਇਲਾਜ ਜਦ ਤੱਕ ਨਹੀਂ ਹੁੰਦਾ ਜਾਂ ਕਾਉਂਸਲਿੰਗਸ ਜਦ ਤੱਕ ਨਹੀਂ ਹੁੰਦੀਆਂ ਜਾਂ ਫੈਮਿਲੀ ਨੂੰ ਇਨਵੋਲਵ ਕਰਕੇ ਟ੍ਰੀਟਮੈਂਟ ਨਹੀਂ ਹੁੰਦਾ ਜਾਂ ਸੋਸਾਇਟੀ ਨੂੰ ਇਨਵੋਲਵ ਕਰਕੇ ਟ੍ਰੀਟਮੈਂਟ ਨਹੀਂ ਹੁੰਦਾ, ਮੇਰੇ ਖਿਆਲ ਨਾਲ ਉਹ ਸਕਸੈਸਫੁਲ ਟ੍ਰੀਟਮੈਂਟ ਕਦੇ ਵੀ ਪੋਸੀਬਲ ਨਹੀਂ ਹੈਗਾ। ਮੈਂ ਉੱਥੇ ਆਵਾਂਗਾ ਡਾਕਟਰ ਸਾਹਿਬ, ਪਰ ਮੇਰਾ ਇਹ ਸਵਾਲ ਹੈ ਵੀ ਦੇਖੋ ਕਿਆ 3 ਲੱਖ ਤੁਸੀਂ ਦੱਸਿਆ ਜਦੋਂ ਸ਼ੁਰੂ ਹੋਇਆ ਸੀ 1 ਸਾਲ 'ਚ 3 ਲੱਖ ਪੇਸ਼ੈਂਟ ਰਜਿਸਟਰਡ ਹੋਏ ਸੀਗੇ, ਅੱਜ 6.25 ਲੱਖ ਤੇ ਇਹਨਾਂ ਦੀ ਗਿਣਤੀ ਜਾ ਪਹੁੰਚੀ ਹੈ। 6,23,000 ਤੁਸੀਂ ਫਿਗਰ ਦੱਸੀ ਹੈ ਵੀ ਕਿਆ ਕੁਝ ਲੋਕ ਇਹਦੇ ਚੋਂ ਐਸੇ ਵੀ ਨੇ ਵੀ ਕੁਝ ਲੋਕ ਵਾਕਈ ਉਹਨਾਂ ਦਾ ਨਸ਼ਾ ਛੁੱਟ ਗਿਆ ਜਾਂ ਉਹ ਹਜੇ ਵੀ ਡਿਪੈਂਡੈਂਟ ਨੇ ਬੁਪਰੀਨੋਰਫਿਨ ਤੇ? ਉਹਦਾ ਕਾਰਨ ਇਹੀ ਹੈ ਕਿਉਂਕਿ ਅਸੀਂ ਬਿਮਾਰੀ ਨੂੰ ਜੜ ਤਾਂ ਫੜ ਹੀ ਨਹੀਂ ਰਹੇ, ਅਸੀਂ ਇੱਕ ਨਸ਼ਾ ਛਡਾਇਆ ਤੇ ਦੂਸਰਾ ਲਾਤਾ। ਅੱਜ ਸਾਨੂੰ ਇਹ ਲੋੜ ਹੈ ਕਿਤੇ ਨਾ ਕਿਤੇ ਇਹ ਪ੍ਰੋਗਰਾਮ ਨੂੰ ਸਮੀਖਿਆ ਕਰਨ ਦੀ, ਇਹ ਚੀਜ਼ ਨੂੰ ਸਮਝਣ ਦੀ ਕਿ ਇਹ ਪ੍ਰੋਗਰਾਮ ਫੂਲ ਪ੍ਰੂਫ ਨਹੀਂ ਹੈ ਔਰ ਇਹਦੀ ਕੋਰਸ ਕਰੈਕਸ਼ਨ ਜਿਹੜੀ ਹੈਗੀ ਹੈ ਉਹ ਬਹੁਤ ਜ਼ਰੂਰੀ ਹੈ। 6,23,000 ਲੋਕ ਅਗਰ ਅੱਜ ਪੋਰਟਲ ਤੇ ਰਜਿਸਟਰਡ ਹੈਗੇ ਨੇ ਜਿਨ੍ਹਾਂ ਨੂੰ ਟ੍ਰੀਟਮੈਂਟ ਚੱਲ ਰਿਹਾ ਹੈ ਜਾਂ ਉਹ ਕਿਸ ਫੇਜ਼ ਦੇ ਅੰਦਰ ਟ੍ਰੀਟਮੈਂਟ ਤੇ ਹੈਗੇ ਨੇ, ਇਹਨਾਂ ਫੇਜ਼ ਨੂੰ ਆਈਡੈਂਟੀਫਾਈ ਕਰਨ ਦੀ ਔਰ ਇਹਨਾਂ ਨੂੰ ਦੁਬਾਰਾ ਤੋਂ ਰੀਇਵੈਲੂਏਟ ਕਰਨ ਦੀ ਬਹੁਤ ਲੋੜ ਹੈ। ਟਾਈਮ ਟੂ ਟਾਈਮ ਜਿਹੜੇ ਪੇਸ਼ੈਂਟਸ ਨੇ ਇਹਨਾਂ ਦਾ ਡਰੱਗ ਟੈਸਟ ਜਿਹੜਾ ਯੂਰਿਨ ਦਾ ਹੈਗਾ ਉਹ ਹੋਣਾ ਚਾਹੀਦਾ ਹੈ ਤਾਂ ਕਿ ਉਹਦੇ ਤੋਂ ਅਸੀਂ ਪਤਾ ਲਗਾ ਸਕੀਏ ਕਿ ਇਹ ਲੋਕ ਨਸ਼ਾ ਤਾਂ ਨਹੀਂ ਦੁਬਾਰਾ ਕਰ ਰਹੇ। ਕੁਝ ਪੇਸ਼ੈਂਟਸ ਇਹੋ ਜਿਹੇ ਵੀ ਨੇ ਜਿਹੜੇ ਬਿਊਪਰੀਨੋਰਫਿਨ ਦੇ ਸਾਈਡ ਇਫੈਕਟਸ ਜਿਨ੍ਹਾਂ ਨੂੰ ਆ ਰਹੇ ਨੇ ਔਰ ਜਦੋਂ ਉਹ ਪੇਸ਼ੈਂਟਸ ਦੁਬਾਰਾ ਪ੍ਰੈਜ਼ੈਂਟ ਕਰਦੇ ਨੇ ਸਾਈਕੋਸਿਸ ਦੇ ਨਾਲ ਜਾਂ ਡਿਪਰੈਸ਼ਨ ਦੇ ਨਾਲ ਜਾਂ ਉਹਨਾਂ ਦੀ ਦਿਮਾਗੀ ਸੰਤੁਲਨ ਖਰਾਬ ਹੁੰਦੀ ਹੈ ਤੇ ਡਾਕਟਰ ਜਿਹੜੇ ਉੱਥੇ ਅਪਾਇੰਟਡ ਨੇ ਉਹਨਾਂ ਨੂੰ ਸਮਝ ਹੀ ਨਹੀਂ ਆਉਂਦਾ ਕਿ ਇਹ ਕੀ ਇਫੈਕਟਸ ਆ ਰਹੇ ਨੇ ਕਿਉਂਕਿ ਉਹ ਇਹਨਾਂ ਚੀਜ਼ਾਂ ਦੇ ਸਪੈਸ਼ਲਿਸਟ ਨਹੀਂ ਹੈਗੇ। ਪ੍ਰੈਕਟੀਕਲੀ ਅਗਰ ਅਸੀਂ ਦੇਖੀਏ ਤਾਂ ਇਹ ਪੋਸੀਬਲ ਤਾਂ ਹੀ ਹੈ ਜੇ ਸਾਈਕੈਟ੍ਰਿਸਟ ਨੂੰ ਜ਼ਿਲ੍ਹੇ ਦਾ ਜਿਵੇਂ ਹੁਣ ਇੰਚਾਰਜ ਲਾਇਆ ਹੋਇਆ ਹੈ ਉਹ ਸਾਈਕੈਟ੍ਰਿਸਟ ਕੋਲੇ ਸਾਰੇ ਪੇਸ਼ੈਂਟਸ ਜਿਹੜੇ ਹੈਗੇ ਆ ਉਹ ਰਿਵਿਊ ਕੀਤੇ ਜਾਣ, ਸਾਈਕੋਲੋਜਿਸਟ ਉਹਨਾਂ ਦੀ ਕਾਉਂਸਲਿੰਗ ਕਰਨ। ਅਗਰ ਐਵਰੇਜ ਸਾਡੀ ਓਟ ਸੈਂਟਰ ਦੇ ਅੰਦਰ ਪਰ ਡੇ 200 ਪਲੱਸ ਪੇਸ਼ੈਂਟ ਆ ਰਿਹਾ ਹੈਗਾ ਤੇ ਉੱਥੇ ਇੱਕ ਸਾਈਕੋਲੋਜਿਸਟ ਔਰ ਇੱਕ ਡਾਕਟਰ ਉੱਥੇ ਮੌਜੂਦ ਹੈ ਤਾਂ ਇਹ ਪੋਸੀਬਲ ਹੀ ਨਹੀਂ ਹੈਗਾ ਕਿ ਉਹ ਡਾਕਟਰ ਸਾਰੇ ਪੇਸ਼ੈਂਟਸ ਨੂੰ ਐਨਾਲਾਈਜ਼ ਕਰਕੇ ਪ੍ਰੋਪਰਲੀ ਉਹਨਾਂ ਦੀਆਂ ਕੋਮੋਰਬਿਡ ਕੰਡੀਸ਼ਨਸ ਨੂੰ ਦੇਖ ਕੇ ਔਰ ਸਾਈਕੋਲੋਜਿਸਟ ਉਹਨਾਂ ਦੀ ਕਾਉਂਸਲਿੰਗ ਜਿਹੜੀ ਹੈਗੀ ਹੈ ਉਹ ਕਰੇ। ਮੈਂ ਤੁਹਾਨੂੰ ਇਹਦੀ ਇੱਕ ਛੋਟੀ ਜਿਹੀ ਉਦਾਹਰਨ ਦਊਂਗਾ। ਸਾਡੇ ਹਸਪੀਟਲ ਦੇ ਅੰਦਰ ਇਸ ਟਾਈਮ ਤੇ 4 ਸਾਈਕੋਲੋਜਿਸਟ ਨੇ, 3 ਡਾਕਟਰਸ ਨੇ ਔਰ ਇੱਕ ਰੀਹੈਬ ਸਪੈਸ਼ਲਿਸਟ ਹੈ ਔਰ ਇੱਕ ਨਿਊਟ੍ਰੀਸ਼ਨ ਸਪੈਸ਼ਲਿਸਟ ਵੀ ਹੈ। ਇਸ ਦੇ ਬਾਵਜੂਦ ਅਸੀਂ 20 ਪੇਸ਼ੈਂਟਸ ਤੋਂ ਜ਼ਿਆਦਾ ਇਨਟੇਕ ਨਹੀਂ ਲੈ ਸਕਦੇ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਪੇਸ਼ੈਂਟਸ ਦੀ ਜਿਹੜੀ ਪ੍ਰੋਪਰ ਕੁਆਲਿਟੀ ਟ੍ਰੀਟਮੈਂਟ ਹੈਗੀ ਹੈ ਉਹ ਪੇਸ਼ੈਂਟਸ ਨੂੰ ਦਿੱਤੀ ਜਾਵੇ। ਇਹੀ ਮਾਡਲ ਨੂੰ ਅਗਰ ਐਕਸਟਰਾਪੋਲੇਟ ਕਰਕੇ ਅਸੀਂ ਗਵਰਨਮੈਂਟ ਮੈਡੀਕਲ ਕਾਲਜਸ ਦੇ ਅੰਦਰ ਔਰ ਜਿਹੜੇ ਬਾਕੀ ਮੈਡੀਕਲ ਕਾਲਜਸ ਹੈਗੇ ਨੇ ਉਹਨਾਂ ਦੇ ਅੰਦਰ ਅਸੀਂ ਐਕਸਟਰਾਪੋਲੇਟ ਕਰਕੇ ਇਸ ਪ੍ਰੋਗਰਾਮ ਨੂੰ ਅਸੀਂ ਅਗਰ ਲੈ ਕੇ ਜਾਵਾਂਗੇ ਤਾਂ ਸਾਨੂੰ ਕਾਫੀ ਸਾਰੇ ਸਟਾਫ ਨੂੰ ਇੰਡਕਟ ਕਰਨਾ ਪਏਗਾ। ਇਹਦੇ ਨਾਲ ਨਾਲ ਸਾਨੂੰ ਇਹ ਵੀ ਸੋਚਣਾ ਪਏਗਾ ਕਿ ਇਸ ਪ੍ਰੋਗਰਾਮ ਦਾ ਪੇਸ਼ੈਂਟ ਦੇ ਵਾਸਤੇ ਐਗਜ਼ਿਟ ਪੁਆਇੰਟ ਕੀ ਹੈ, ਯਾਨੀ ਕਿ ਜਦੋਂ ਪੇਸ਼ੈਂਟ ਟ੍ਰੀਟ ਹੋ ਗਿਆ ਉਸ ਤੋਂ ਬਾਅਦ ਉਹ ਪੇਸ਼ੈਂਟ ਦਾ ਟ੍ਰੀਟਮੈਂਟ ਮੁਕੰਮਲ ਕਦੋਂ ਹੋਇਆ ਔਰ ਕਦੋਂ ਉਹਦਾ ਅਸੀਂ ਉਹਨੂੰ ਨੈਲਟ੍ਰੈਕਸੋਨ ਤੇ ਸ਼ਿਫਟ ਕੀਤਾ ਜਾਂ ਉਹ ਪੇਸ਼ੈਂਟ ਨੂੰ ਇਸ ਟ੍ਰੀਟਮੈਂਟ ਦੇ ਵਿੱਚੋਂ ਦੀ ਡਿਸਚਾਰਜ ਕੀਤਾ। ਡਾਕਟਰ ਸਾਹਿਬ ਜੀ ਫਿਰ ਗੱਲ ਕਰੀਏ ਵੀ ਜੇ ਓਟ ਸੈਂਟਰ ਹੈਗੇ ਵੀ तमाम ਜਿਹੜੀਆਂ ਫਿਰ ਸਰਕਾਰੀ ਗਾਈਡਲਾਈਨਸ ਦਾ ਪਾਲਣ
ਨੂੰ ਫੋਲੋ ਕਰ ਰਹੇ ਹੈ ਜਾਂ ਨਹੀਂ? ਕਿਉਂਕਿ ਜਿਵੇਂ ਤੁਸੀਂ ਦੱਸਿਆ ਵੀ ਕਾਉਂਸਲਿੰਗ ਬੜੀ ਇੰਪੋਰਟੈਂਟ ਆ, ਸਾਈਕੈਟ੍ਰਿਕ ਹੋਣਾ ਜ਼ਰੂਰੀ ਹੈ। ਮਤਲਬ ਇਹ ਨਹੀਂ ਹੈ ਵੀ ਤੁਹਾਡੇ ਸੈਂਟਰ ਤੇ ਮਰੀਜ਼ ਆ ਰਿਹਾ, ਲੰਬੀ ਲਾਈਨ ਲੱਗੀ ਹੈ ਤੇ ਤੁਸੀਂ ਜਿਹੜਾ ਆ ਗਿਆ ਉਹਨੂੰ ਰੋਜ਼ ਬੁਪਰੀਨੋਰਫਿਨ ਦੀ ਗੋਲੀ ਦੇਈ ਜਾਓ, ਮਤਲਬ ਇੱਕ ਖਾਨਾ ਪੂਰਤੀ ਕਰੀ ਜਾਓ। ਸੋ ਇਹ ਤੁਸੀਂ ਅਗਰ ਦੇਖੋ ਪਿਛਲੇ ਦਿਨੀ ਹੀ ਫਿਰੋਜ਼ਪੁਰ ਦੇ ਅੰਦਰ 2-3 ਸੈਂਟਰਸ ਨੂੰ ਕਲੋਜ਼ ਕੀਤਾ ਗਿਆ ਕਿਉਂਕਿ ਉੱਥੇ ਸਾਈਕੈਟ੍ਰਿਸਟ ਜਿਹੜਾ ਹੈਗਾ ਅਵੇਲੇਬਲ ਹੀ ਨਹੀਂ ਸੀ ਹੈਗਾ, ਈਵਨ ਕਿ ਡਾਕਟਰ ਨਹੀਂ ਸੀ ਅਵੇਲੇਬਲ ਹੈਗਾ। ਸੋ ਇਹ ਕਿਤੇ ਨਾ ਕਿਤੇ ਸਾਨੂੰ ਰਿਵਾਈਜ਼ ਕਰਨ ਦੀ ਲੋੜ ਹੈ, ਆਪਾਂ ਨੂੰ ਇਹ ਚੀਜ਼ਾਂ ਨੂੰ ਸਮਝਣ ਦੀ ਲੋੜ ਹੈ ਕਿ SOPs ਨੂੰ ਫੋਲੋ, SOPs ਬਹੁਤ ਧਿਆਨ ਦੇ ਨਾਲ ਔਰ ਬੜੀਆਂ ਵਿਚਾਰ ਵਟਾਂਦਰੇ ਤੋਂ ਬਾਅਦ, ਬਹੁਤ ਸਾਰੀਆਂ ਮੀਟਿੰਗਸ ਤੋਂ ਬਾਅਦ SOPs ਬਣਾਈਆਂ ਗਈਆਂ ਸੀਗੀਆਂ। ਸੋ ਇਹਨਾਂ SOPs ਨੂੰ ਫੋਲੋ ਕਰਨ ਦੀ ਲੋੜ ਹੈ। ਅਗਰ ਜ਼ਰੂਰਤ ਹੈਗੀ SOPs ਨੂੰ ਚੇਂਜ ਕਰਨ ਦੀ ਤੇ ਆਪਾਂ SOPs ਨੂੰ WHO ਔਰ FDA ਦੇ ਅਪਰੂਵਲ ਦੇ ਨਾਲ ਆਪਾਂ ਉਹਨਾਂ ਨੂੰ ਚੇਂਜ ਵੀ ਕਰ ਸਕਦੇ ਹਾਂ, ਪੇਸ਼ੈਂਟ ਫ੍ਰੈਂਡਲੀ ਪ੍ਰੋਗਰਾਮ ਬਣਾ ਸਕਦੇ ਹਾਂ। ਡਾਕਟਰ ਸਾਹਿਬ, ਇੱਕ ਮੇਰਾ ਖਿਆਲ 2019 ਚ ਕੋਈ ਸਰਕਾਰ ਨੇ ਇੱਕ ਚਿੱਠੀ ਵੀ ਇਸ਼ੂ ਕੀਤੀ ਸੀ ਵੀ ਜਿਹਦੇ ਚ ਉਹਨਾਂ ਨੇ ਕੁਝ ਸੈਕਟਰੀ, ਤੁਸੀਂ ਵੀ ਉਹਨਾਂ ਚੋਂ ਇੱਕ ਸੀਗੇ ਵੀ ਸੈਕਟਰੀ ਸ਼ਾਮਿਲ ਕੀਤੇ ਸੀਗੇ ਵੀ ਇਹਦੀਆਂ ਇੱਕ ਨਵੀਆਂ ਗਾਈਡਲਾਈਨਸ ਬਣਾਓ ਤੇ ਵੀ ਕਿਆ ਉਹ ਗਾਈਡਲਾਈਨਸ ਦੁਬਾਰਾ ਬਣ ਪਾਈਆਂ? 2 ਸਾਲ 3 ਸਾਲ ਇਸ ਗੱਲ ਨੂੰ ਵੀ ਹੋ ਚੱਲੇ। ਹਾਂ, ਇਹਦੇ ਨਾਲ ਹੀ ਸਵਾਲ ਹੈ ਵੀ ਜੇ ਉਹ ਗਾਈਡਲਾਈਨਸ ਬਣੀਆਂ ਤੇ ਕਿਆ ਉਹ ਇੰਪਲੀਮੈਂਟ ਹੋ ਪਾਈਆਂ? ਇਸ ਤਰ੍ਹਾਂ ਹੈਗਾ ਕਿ ਇਹ 2019 ਦੇ ਅੰਦਰ ਇਹ ਟੀਮ ਦਾ ਗਠਨ ਕੀਤਾ ਗਿਆ ਸੀਗਾ। ਉਦੋਂ ਜਿਹੜੇ ਚੀਫ ਸੈਕਟਰੀ ਹੈਲਥ ਸੀਗੇ ਉਹ ਮਿਸਟਰ ਅਨੁਰਾਗ ਅਗਰਵਾਲ ਸੀਗੇ ਔਰ ਚੀਫ ਮਿਨਿਸਟਰ ਸਾਹਿਬ ਦੀਆਂ ਹਦਾਇਤਾਂ ਦੇ ਉੱਤੇ ਉਸ ਟਾਈਮ ਤੇ ਕੈਪਟਨ ਅਮਰਿੰਦਰ ਸਿੰਘ ਸ਼ਾਇਦ ਸੀਗੇ ਤੇ ਉਹਨਾਂ ਦੀਆਂ ਹਦਾਇਤਾਂ ਦੇ ਉੱਤੇ ਇਸ ਦੀ ਸਮੀਖਿਆ ਕਰਨ ਦੇ ਲਈ ਕਮੇਟੀ ਬਣਾਈ ਗਈ ਸੀ, ਜਿਸ ਦੇ ਵਿੱਚ PGI ਔਰ ਸਾਰੇ ਮੈਡੀਕਲ ਕਾਲਜਸ ਦੇ ਜਿਹੜੇ ਡਿਪਾਰਟਮੈਂਟ ਹੈਡ ਸੀਗੇ ਉਹਨਾਂ ਨੂੰ, STF ਨੂੰ ਇਨਵੋਲਵ ਕੀਤਾ ਗਿਆ ਸੀ। ਬੜੀ ਕੰਪਰੀਹੈਂਸਿਵ ਕਮੇਟੀ ਜਿਹੜੀ ਹੈਗੀ ਹੈ ਔਰ ਕੁਝ ਸਾਈਕੈਟ੍ਰਿਸਟ ਸੀਗੇ ਜਿਨ੍ਹਾਂ ਵਿੱਚੋਂ ਇੱਕ ਮੈਂ ਵੀ ਸੀਗਾ। ਸੋ ਉਹਦੇ ਅੰਦਰ ਅਸੀਂ ਸਮੀਖਿਆ ਜਿਹੜੀ ਕੀਤੀ ਸੀਗੀ, ਉਹਦੇ ਅੰਦਰ ਇਹ ਦੇਖਿਆ ਗਿਆ ਸੀਗਾ ਕਿ ਕੁਝ ਸੈਂਟਰਸ ਵੱਲੋਂ ਜਿਹੜੀ ਇਹ ਗਾਈਡਲਾਈਨਸ ਹੈਗੀਆਂ ਉਹ ਫੋਲੋ ਨਹੀਂ ਕੀਤੀਆਂ ਜਾਂਦੀਆਂ। ਸੋ ਉਹ ਗਾਈਡਲਾਈਨਸ ਨੂੰ ਪ੍ਰੋਪਰਲੀ ਇੰਪਲੀਮੈਂਟ ਕਰਾਉਣ ਦੇ ਲਈ ਔਰ ਜਿਹੜੇ ਓਟ ਸੈਂਟਰਸ ਹੈਗੇ ਆ ਉਹਨਾਂ ਦੀ ਪ੍ਰੋਪਰ ਫੰਕਸ਼ਨਿੰਗ ਦੇ ਵਾਸਤੇ ਔਰ ਐਗਜ਼ਿਟ ਪ੍ਰੋਗਰਾਮ ਬਣਾਉਣ ਦੇ ਲਈ ਕਿ ਜਿਹੜੇ ਪੇਸ਼ੈਂਟ ਦਾ ਟ੍ਰੀਟਮੈਂਟ ਸਕਸੈਸਫੁਲੀ ਹੋ ਗਿਆ ਉਹਨਾਂ ਨੂੰ ਨੈਲਟ੍ਰੈਕਸੋਨ ਤੇ ਸ਼ਿਫਟ ਕਰਨ ਦੇ ਲਈ ਜਾਂ ਐਂਟੈਗੋਨਿਸਟ ਜਿਹੜੇ ਫਾਰਮਸ ਹੈਗੀਆਂ ਵਾ ਉਹਨਾਂ ਦੇ ਉੱਤੇ ਸ਼ਿਫਟ ਕਰਨ ਦੇ ਲਈ ਇਸ ਦੀਆਂ ਗਾਈਡਲਾਈਨਸ ਦੁਬਾਰਾ ਰਿਵਾਈਜ਼ ਕੀਤੀਆਂ ਜਾਣ। ਉਦੋਂ ਇਹ ਸਾਰੇ ਡਿਸੀਜਨਸ ਹੋਏ ਸੀਗੇ ਕਿ ਇਹਦੀ ਉੱਪਰ ਇੱਕ ਆਪਾਂ ਕੋਰਸ ਕਰੈਕਸ਼ਨ ਕਮੇਟੀ ਜਿਹੜੀ ਹੈਗੀ ਹੈ, ਜਿਹੜੀਆਂ SOPs ਸੀਗੀਆਂ ਉਸ ਦੇ ਉੱਪਰ ਪੇਸ਼ੈਂਟ ਫ੍ਰੈਂਡਲੀ ਕਮੇਟੀ ਬਣਾਈ ਜਾਏ, ਯਾਨੀ ਕਿ ਉਹਦੇ ਅੰਦਰ ਕਾਉਂਸਲਿੰਗ ਨੂੰ ਉਹਦਾ ਇੱਕ ਇੰਟੈਗਰਲ ਪਾਰਟ ਬਣਾਇਆ ਜਾਏ। ਫੈਮਿਲੀ ਇਨਵੋਲਵਮੈਂਟ ਜਿਹੜੀ ਹੈਗੀ ਹੈ ਉਹ ਇੱਕ ਇੰਪੋਰਟੈਂਟ ਪਾਰਟ ਹੈਗਾ ਟ੍ਰੀਟਮੈਂਟ ਦਾ, ਉਹਨੂੰ ਦੇਖਿਆ ਜਾਏ। ਜਿਹੜੀਆਂ ਕੋਮੋਰਬਿਡ ਕੰਡੀਸ਼ਨਸ ਨੇ, ਯਾਨੀ ਕਿ ਜਿਹੜੀਆਂ ਬਾਕੀ ਸਾਈਕੈਟ੍ਰਿਕ ਕੰਡੀਸ਼ਨਸ ਹੈਗੀਆਂ ਨੇ ਜਾਂ ਜਿਹੜੀਆਂ ਬਾਕੀ ਜਿਹੜੀਆਂ ਉਹਦੀਆਂ ਕੋਮੋਰਬਿਡ ਪ੍ਰੋਬਲਮਸ ਨੇ, ਜਿਵੇਂ ਡਿਪਰੈਸ਼ਨ ਹੋ ਗਿਆ ਜਾਂ ਸਾਈਕੋਸਿਸ ਹੈਗਾ ਜਾਂ ਉਸ ਨੂੰ ਕੋਈ ਫੈਮਿਲੀ ਕਨਫਲਿਕਟਸ ਚੱਲ ਰਹੇ ਹੈਗੇ ਨੇ, ਉਹਨਾਂ ਨੂੰ ਰਿਜ਼ੋਲਵ ਕੀਤਾ ਜਾਏ ਤਾਂ ਜੋ ਪੇਸ਼ੈਂਟ ਜਿਹੜਾ ਹੈਗਾ ਮੁੜ ਕੇ ਰਿਲੈਪਸ ਨਾ ਕਰੇ। ਡਾਕਟਰ ਸਾਹਿਬ, ਇੱਕ ਸਵਾਲ ਇਹਦੇ ਨਾਲ ਹੀ ਮੇਰਾ ਜੀ ਸਵਾਲ ਹੈ, ਜੇ ਲੋਕ ਕੁਝ ਜਿਹੜੇ ਨਸ਼ਾ ਕਰਦੇ ਨੇ ਉਹਦੇ ਬੇਸਿਕ ਕਾਰਨ ਕੀ ਨੇ? ਕਿ ਡਿਪਰੈਸ਼ਨ ਇਹਦੇ 'ਚ ਇੱਕ ਕਾਰਨ ਹੈ ਔਰ ਕੀ ਡਿਪਰੈਸ਼ਨ ਜਾਂ ਦਿਮਾਗੀ ਬਿਮਾਰੀਆਂ ਉਹਦਾ ਇਲਾਜ ਬੁਪਰੀਨੋਰਫਿਨ ਹੀ ਹੈ? ਹੁਣ ਇਸੇ ਗੱਲ ਤੇ ਮੈਂ ਆਉਣਾ ਚਾਹੂੰਗਾ ਕਿ ਇਲਾਜ ਜਿਹੜਾ ਹੈਗਾ ਇੱਕ ਬਹੁਪੱਖੀ, ਡਿਪਰੈਸ਼ਨ ਜਿਹੜਾ ਹੈਗਾ ਉਹ ਇੱਕ ਪਾਰਟ ਐਂਡ ਪਾਰਸਲ ਹੈ ਇਸ ਇਲਨੈਸ ਦਾ, ਕਿਉਂਕਿ ਕੁਝ ਪਰਸੈਂਟੇਜ ਆਫ ਪੇਸ਼ੈਂਟਸ ਨੂੰ ਡਿਪਰੈਸ਼ਨ ਜਾਂ ਸਾਈਕੈਟ੍ਰਿਕ ਇਲਨੈਸਿਸ ਹੈਗੀਆਂ ਨੇ। ਸੋ ਜਿੱਥੇ ਨਸ਼ਾ ਕਰਨ ਦੇ ਕਾਰਨ ਜਿਹੜੇ ਹੈਗੇ ਨੇ ਉਹ ਬਹੁਪੱਖੀ ਨੇ, ਇਸੇ ਤਰ੍ਹਾਂ ਉਹਦਾ ਜਿਹੜਾ ਇੱਕ ਕੰਪਰੀਹੈਂਸਿਵ ਟ੍ਰੀਟਮੈਂਟ ਹੈਗਾ ਉਹ ਵੀ ਬਹੁਪੱਖੀ ਹੀ ਹੈਗਾ। ਉਹਦੇ ਵਿੱਚ ਮਲਟੀ ਡਾਇਮੈਂਸ਼ਨਲ ਅਪਰੋਚ ਜਿਹਨੂੰ ਅਸੀਂ ਕਹਿੰਦੇ ਆ ਆਫ ਟ੍ਰੀਟਮੈਂਟ, ਉਹਦੇ ਅੰਦਰ ਇਹ ਬਹੁਤ ਜ਼ਰੂਰੀ ਹੈ ਕਿ ਮਲਟੀ ਡਾਇਮੈਂਸ਼ਨਲ ਅਪਰੋਚ ਨੂੰ ਧਿਆਨ ਦੇ ਨਾਲ ਦੇਖਿਆ ਜਾਵੇ ਔਰ ਉਸ ਨੂੰ ਇੰਪਲੀਮੈਂਟ ਕਰ ਦਿੱਤਾ ਜਾਵੇ। ਬਿਊਪਰੀਨੋਰਫਿਨ ਸਿਰਫ ਇੱਕ ਐਗੋਨਿਸਟ ਹੈ। ਐਗੋਨਿਸਟ ਮਤਲਬ ਕਿ ਇੱਕ ਰਿਪਲੇਸਮੈਂਟ ਹੈ ਹੈਰੋਇਨ ਦੀ। ਇਹਦੇ ਨਾਲ ਸਿਰਫ ਉਸ ਦੀ ਤੋੜ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ, ਨਾ ਕਿ ਉਸ ਦੀਆਂ ਬਾਕੀ ਕੰਡੀਸ਼ਨਸ ਜਿਹੜੀਆਂ ਹੈਗੀਆਂ ਉਹਨਾਂ ਨੂੰ ਖਤਮ ਕੀਤਾ ਜਾ ਸਕਦਾ ਹੈ। ਸੋ ਅਗਰ ਕੋਈ ਪੇਸ਼ੈਂਟ ਡਿਪਰੈਸ਼ਨ ਦੇ ਕਾਰਨ ਨਸ਼ਿਆਂ 'ਚ ਗਿਆ ਜਾਂ ਫੈਮਿਲੀ ਕਨਫਲਿਕਟਸ ਦੇ ਕਰਕੇ ਨਸ਼ਿਆਂ 'ਚ ਗਿਆ ਜਾਂ ਉਸ ਨੂੰ ਸਾਈਕੋਸਿਸ ਆਇਆ ਜਾਂ ਗੇਟਵੇ ਡਰੱਗਸ ਦੇ ਥਰੂ ਉਹ ਨਸ਼ਿਆਂ 'ਚ ਗਿਆ ਜਾਂ ਉਹਨੂੰ ਕੋਈ ਹੋਰ ਕੋਮੋਰਬਿਡ ਕੰਡੀਸ਼ਨ ਹੈ, ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ 70% ਲੋਕ ਜਿਹੜੇ ਨਸ਼ਾ ਕਰ ਰਹੇ ਨੇ ਉਹਨਾਂ ਦੇ ਵਿੱਚ ਕੋਈ ਨਾ ਕੋਈ ਸਾਈਕੈਟ੍ਰਿਕ ਕੋਮੋਰਬਿਡਿਟੀ ਜਿਹੜੀ ਹੈਗੀ ਹੈ ਉਹ ਹੈਗੀ ਹੈ, ਔਰ ਕਾਫੀ ਲੋਕ ਇਹੋ ਜਿਹੇ ਨੇ ਜਿਨ੍ਹਾਂ ਨੂੰ ਮੈਡੀਕਲ ਕੋਮੋਰਬਿਡਿਟੀਜ਼ ਵੀ ਨਾਲ ਹੈਗੀਆਂ ਨੇ। ਯਾਨੀ ਕਿ ਡਾਇਬੀਟੀਜ਼ ਜਾਂ ਕਾਰਡੀਅਕ ਪ੍ਰੋਬਲਮਸ ਜਾਂ ਲਿਵਰ ਪ੍ਰੋਬਲਮਸ, ਇਹੋ ਜਿਹੀਆਂ ਦਿੱਕਤਾਂ ਜਾਂ ਦੌਰਿਆਂ ਦੀ ਸ਼ਿਕਾਇਤ,
ਇਹ ਚੀਜ਼ਾਂ ਕਾਫੀ ਲੋਕਾਂ ਨੂੰ ਹੈਗੀਆਂ। ਇਨਫੈਕਟ ਅਸੀਂ 300 ਪੇਸ਼ੈਂਟਸ ਦੇ ਉੱਤੇ ਹੁਣ ਇੱਕ ਰੀਸੈਂਟ ਇੱਕ ਸਟੱਡੀ ਮੁਕੰਮਲ ਕੀਤੀ ਹੈ, ਜਿਹਦੇ ਵਿੱਚ ਅਸੀਂ ਇਹ ਹੁਣ ਸਟੱਡੀ ਨੂੰ ਪਬਲਿਸ਼ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਅਸੀਂ ਆਇਡੈਂਟੀਫਾਈ ਕੀਤਾ ਹੈ ਕਿ ਜਿਹੜੇ ਲੋਕ ਹੈਗੇ ਨੇ ਇਹਨਾਂ ਵਿੱਚ 70 to 80% ਲੋਕਾਂ ਨੂੰ ਕੋਮੋਰਬਿਡ ਪ੍ਰੋਬਲਮਸ ਜਿਹੜੀਆਂ ਹੈ ਉਹ ਐਗਜ਼ਿਸਟ ਕਰਦੀਆਂ ਨੇ। ਹੁਣ ਜਦ ਤੱਕ ਉਹਨਾਂ ਪ੍ਰੋਬਲਮਸ ਦਾ ਹੱਲ ਨਹੀਂ ਹੁੰਦਾ, ਮੈਂ ਸਮਝਦਾ ਕਿ ਕੰਪਰੀਹੈਂਸਿਵ ਟ੍ਰੀਟਮੈਂਟ ਜਿਹੜਾ ਹੈਗਾ ਉਹ ਨਹੀਂ ਕਦੀ ਵੀ ਮੁਕੰਮਲ ਹੋ ਪਾਏਗਾ। ਸੈਕਿੰਡ ਜਿਹੜਾ ਕੁਐਸਚਨ ਤੁਹਾਡਾ ਇਹਦਾ ਪਾਰਟ ਜਿਹੜਾ ਸੈਕਿੰਡ ਸੀਗਾ ਕਿ ਕਿਆ ਬੁਪਰੀਨੋਰਫਿਨ ਇਹਦਾ ਹੱਲ ਹੈ। ਸੋ ਬੁਪਰੀਨੋਰਫਿਨ ਸਿਰਫ ਇੱਕ ਐਗੋਨਿਸਟ ਹੈ, ਉਹ ਸਿਰਫ ਨਸ਼ੇ ਦੀ ਤੋੜ ਨੂੰ ਕੰਟਰੋਲ ਕਰਦਾ ਹੈ, ਉਹਦੀ ਬਾਕੀ ਸਾਈਕੈਟ੍ਰਿਕ ਕੋਮੋਰਬਿਡਿਟੀਜ਼ ਦੇ ਉੱਤੇ ਕੋਈ ਵੀ ਅਸਰ ਨਹੀਂ ਹੈ। ਉਹਦੇ ਲਈ ਸਾਨੂੰ ਸਟੈਂਡਰਡਾਈਜ਼ਡ ਜਿਹੜੇ ਟ੍ਰੀਟਮੈਂਟ ਪ੍ਰੋਟੋਕਾਲਸ ਹੈਗੇ ਨੇ ਬਾਕੀ ਬਿਮਾਰੀਆਂ ਦੇ, ਉਹ ਵੀ ਨਾਲ ਹੀ ਫੋਲੋ ਕਰਨੇ ਪੈਣਗੇ। ਜੜ ਤੱਕ ਜਾਣਾ ਪਏਗਾ, ਜੜ ਤੱਕ ਉਹਦੇ ਜਾਣਾ ਪਏਗਾ ਤਾਂ ਜੋ ਮੁਕੰਮਲ ਤੌਰ ਤੇ ਅਸੀਂ ਇਸ ਬਿਮਾਰੀ ਦਾ ਹੱਲ ਕਰ ਸਕੀਏ। ਔਰ ਇੱਕ ਮਲਟੀ ਡਿਸਪਲਿਨਰੀ ਅਪਰੋਚ ਨਾਲ ਚੱਲਣਾ ਪਏਗਾ ਸਾਨੂੰ, ਜਿਹਦੇ ਵਿੱਚ ਲੈਬ ਤੁਹਾਡੀ ਇੱਕ ਇੰਟੈਗਰਲ ਪਾਰਟ ਹੈਗੀ ਹੈ ਤੁਹਾਡੇ ਟ੍ਰੀਟਮੈਂਟ ਦਾ, ਜਿਹਦੇ ਵਿੱਚ ਤੁਸੀਂ ਯੂਰਿਨ ਟੈਸਟਿੰਗ ਔਰ ਬਾਕੀ ਬਾਡੀ ਟੈਸਟਿੰਗ ਜਿਹੜੀ ਹੈਗੀ ਹੈ, ਖਾਸ ਕਰ ਵਾਇਰਲ ਮਾਰਕਰਸ ਹੈਗੇ ਨੇ, ਜਿਸ ਤਰ੍ਹਾਂ HIV, HCV ਔਰ ਹੈਪੇਟਾਈਟਿਸ B ਦੀ ਬਿਮਾਰੀ ਹੈਗੀ ਹੈ, ਇਹਦਾ ਵੀ ਨਾਲ ਹੀ ਹੱਲ ਕਰਨਾ ਪਏਗਾ। ਸਰਕਾਰ ਨੇ ਬਹੁਤ ਸ਼ਲਾਘਾਯੋਗ ਪਿਛਲੀ ਸਰਕਾਰ ਨੇ ਕੀਤਾ ਸੀਗਾ ਕਿ ਉਹਨਾਂ ਨੇ HCV ਦਾ ਟ੍ਰੀਟਮੈਂਟ ਜਿਹੜਾ ਹੈਗਾ ਪੇਸ਼ੈਂਟਸ ਨੂੰ ਫ੍ਰੀ ਆਫ ਕਾਸਟ ਦਿੱਤਾ। ਸੋ ਆਪਣੀ ਹੁਣ ਜਿਹੜੀ ਸਰਕਾਰ ਬਣੀ ਹੈ ਆਪ ਦੀ ਸਰਕਾਰ, ਇਹ ਆਮ ਲੋਕਾਂ ਦੀ ਸਰਕਾਰ ਹੈ। ਔਰ ਮੈਂ ਸਮਝਦਾ ਕਿ ਜਿਹੜੇ ਸਾਡੇ CM ਸਾਹਿਬ ਨੇ ਭਗਵੰਤ ਮਾਨ ਜੀ, ਇਹਨਾਂ ਗੱਲਾਂ ਵੱਲ ਬਹੁਤ ਧਿਆਨ ਦੇਣਗੇ ਕਿ ਇਹ ਜਿਹੜੀਆਂ ਬਿਮਾਰੀਆਂ ਨੇ ਇਹਨਾਂ ਦਾ ਸੁਚੱਜੂ ਢੰਗ ਦੇ ਨਾਲ ਟ੍ਰੀਟਮੈਂਟ ਕਿਸ ਤਰੀਕੇ ਕੀਤਾ ਜਾ ਸਕਦਾ। ਸੋ ਜਿਸ ਤਰ੍ਹਾਂ ਹੀ ਅਸੀਂ ਉਸ ਟਾਈਮ ਤੇ ਉਹ ਗਾਈਡਲਾਈਨ ਸਾਡੀਆਂ, ਕਿਉਂਕਿ ਕੋਵਿਡ ਆ ਗਿਆ ਉਸ ਤੋਂ ਬਾਅਦ ਮੀਟਿੰਗਸ ਹੀ ਨਹੀਂ ਹੋਈਆਂ ਕੋਈ ਉਸ ਤੋਂ ਬਾਅਦ, ਔਰ ਉਹ ਗਾਈਡਲਾਈਨਸ ਆਪਾਂ ਮੇਲਸ ਦੇ ਉੱਤੇ ਜਾਂ ਬਾਕੀ ਚੀਜ਼ਾਂ ਤੇ ਸ਼ੇਅਰ ਜ਼ਰੂਰ ਕੀਤੀਆਂ ਸੀਗੀਆਂ, ਪਰ ਉਹ ਚੀਜ਼ਾਂ ਇੰਪਲੀਮੈਂਟ ਅੱਜ ਤੱਕ ਨਹੀਂ ਹੋ ਪਾਈਆਂ। ਅੱਜ PGI ਦੀ ਸਟੱਡੀ ਆਈ ਹੈ ਔਰ ਅੱਜ ਉਸ ਦੇ ਅੰਦਰ ਇਹ ਕਿਹਾ ਗਿਆ ਹੈ ਕਿ ਕਿਤੇ ਨਾ ਕਿਤੇ ਸਾਡਾ ਜਿਹੜਾ ਇਹ ਪ੍ਰੋਗਰਾਮ ਰਨ ਕਰ ਰਿਹਾ ਜਿਹੜਾ ਹੁਣ ਪੰਜਾਬ ਦੇ ਅੰਦਰ, ਇਹਨੂੰ ਸਮੀਖਿਆ ਕਰਨ ਦੀ ਲੋੜ ਹੈ ਔਰ ਇਸ ਨੂੰ ਲਾਈਨ ਆਫ ਟ੍ਰੀਟਮੈਂਟ ਦੇ ਸੁਧਾਰ ਦੀ ਜ਼ਰੂਰਤ ਹੈ। ਲਾਈਨ ਆਫ ਟ੍ਰੀਟਮੈਂਟ ਦੇ ਅੰਦਰ ਸੁਧਾਰ ਦੀ ਲੋੜ ਹੈ ਔਰ ਇਸ ਨੂੰ ਸਾਨੂੰ ਸਮਝਣਾ ਪਏਗਾ ਕਿ ਇਹ ਜਿਹੜਾ ਬਹੁਪੱਖੀ ਇਸ ਦਾ ਹੱਲ ਹੈਗਾ ਔਰ ਬਹੁਪੱਖੀ ਇਹਦੀ ਕਾਜ਼ੇਸ਼ਨ ਆ, ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖ ਕੇ ਸਾਡੀ ਜਿਹੜੀ ਪਾਲਿਸੀ ਹੈ ਉਹ ਬਣੇ, ਤਾਂ ਜੋ ਸਾਡੇ ਯੂਥ ਜਿਹੜੇ ਹੈਗੇ ਨੇ, ਕਿਤੇ ਨਾ ਕਿਤੇ ਸਾਡਾ ਯੂਥ ਜਿਹੜਾ ਹੈਗਾ ਉਹ ਬਾਹਰ ਭੱਜ ਰਿਹਾ ਹੈ ਇਸ ਚੀਜ਼ ਨੂੰ ਦਿਮਾਗ ਵਿੱਚ ਸੋਚ ਕੇ। ਮਤਲਬ ਪੇਰੈਂਟਸ ਆਪ ਹੀ ਚਾਹੁੰਦੇ ਕਿ ਨਸ਼ੇ ਦਾ ਆਦੀ ਹੋ ਜਾਊਗਾ, ਉਹਨੂੰ ਬਾਹਰ ਭੇਜ ਦਿਓ। 1.5 ਤੋਂ 2 ਲੱਖ ਬੱਚਾ ਹਰ ਸਾਲ ਪੰਜਾਬ ਦੇ ਵਿੱਚੋਂ ਦੇ ਬਾਹਰਲੇ ਦੇਸ਼ਾਂ 'ਚ ਪਲਾਇਨ ਕਰ ਰਿਹਾ। ਨੌਕਰੀਆਂ ਬਹੁਤ ਸ਼ਲਾਘਾਯੋਗ ਹੈ ਕਿ ਪਹਿਲੇ ਹੀ ਹਫਤੇ ਦੇ ਅੰਦਰ 25,000 ਨੌਕਰੀਆਂ ਭਗਵੰਤ ਮਾਨ ਸਾਹਿਬ ਨੇ ਅਨਾਉਂਸ ਕਰ ਦਿੱਤੀਆਂ। ਸਾਡਾ ਯੂਥ ਇੱਥੇ ਹੀ ਰਵੇ, ਇੱਥੇ ਹੀ ਇੰਪਲੋਇਮੈਂਟ ਕਰੇ ਔਰ ਸਾਡੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਅੰਦਰ ਕੰਟਰੀਬਿਊਟ ਕਰੇ। ਉਹਦੇ ਲਈ ਬਹੁਤ ਵੱਡੀ ਲੋੜ ਹੈ ਨਸ਼ੇ ਨੂੰ ਖਤਮ ਕਰਨ ਦੀ ਔਰ ਇਹਨੂੰ ਜੜੋਂ ਪਕੜਨ ਦੀ। ਡਾਕਟਰ ਸਾਹਿਬ, ਕਾਉਂਸਲਿੰਗ ਇਹਦੇ ਲਈ ਕਿੰਨੀ ਫਾਇਦੇਮੰਦ ਹੈ? ਕੀ ਇਹਦੇ ਨਾਲ ਹੀ ਹੈ ਵੀ ਕਿਆ ਸਿਰਫ ਪੇਸ਼ੈਂਟ ਦੀ ਕਾਉਂਸਲਿੰਗ ਹੋਣੀ ਚਾਹੀਦੀ ਜਾਂ ਉਹਦੇ ਪਰਿਵਾਰ ਦੀ ਵੀ ਕਾਉਂਸਲਿੰਗ ਹੋਣੀ ਚਾਹੀਦੀ ਨਾਲ? ਇੱਕ ਛੋਟੀ ਜਿਹੀ ਤੁਹਾਨੂੰ ਐਗਜ਼ਾਮਪਲ ਦੇਣਾ। ਇੱਕ ਬਾਪ ਨੇ ਆਪਣੇ ਬੱਚੇ ਦੀ ਬਿਮਾਰੀ ਤੋਂ ਤੰਗ ਆ ਕੇ ਉਸ ਨੂੰ ਊਟ ਸੈਂਟਰ ਦੇ ਅੰਦਰ ਟ੍ਰੀਟਮੈਂਟ ਉਹਦਾ ਸਟਾਰਟ ਕਰਵਾਇਆ ਔਰ ਕਰੀਬਨ 3 ਮਹੀਨੇ ਉਸ ਦੇ ਟ੍ਰੀਟਮੈਂਟ ਚੱਲਿਆ ਬੁਪਰੀਨੋਰਫਿਨ ਦੇ ਨਾਲ। ਕਮਾਲ ਦੀ ਗੱਲ ਤੁਹਾਨੂੰ ਦੱਸਾਂ ਕਿ ਉਸ ਬੱਚੇ ਦੀ ਟੈਸਟਿੰਗ ਹੀ ਨਹੀਂ ਕੀਤੀ ਗਈ ਔਰ ਦਿਨ ਬ ਦਿਨ ਉਸ ਦੀ ਹਾਲਤ ਜਿਹੜੀ ਹੈ ਉਹ ਬੱਤਰ ਹੁੰਦੀ ਗਈ। ਸੁਧਰਨ ਦੀ ਬਜਾਏ ਬੱਤਰ ਹੁੰਦੀ ਗਈ। ਉਹ ਬੱਚਾ ਸਾਡੇ ਕੋਲ 3-4 ਦਿਨ ਪਹਿਲਾਂ ਪ੍ਰੈਜ਼ੈਂਟ ਕੀਤਾ, ਅਨਕੌਂਸ਼ੀਅਸ ਹਾਲਾਤ ਦੇ ਅੰਦਰ, ਉਹਨੂੰ ਦੌਰਾ ਪੈ ਰਿਹਾ ਸੀਗਾ ਔਰ ਬੇਹੋਸ਼ ਹਾਲਤ ਦੇ ਅੰਦਰ ਉਹ ਬੱਚਾ ਸਾਡੇ ਕੋਲ ਲਿਆਂਦਾ ਗਿਆ। ਆਪਣੇ ਪੈਰਾਂ ਤੇ ਉਹ ਬੱਚਾ ਖੜਾ ਤੱਕ ਨਹੀਂ ਸੀ ਹੋ ਪਾ ਰਿਹਾ। ਕਰੀਬਨ 1 ਹਫ਼ਤੇ ਤੋਂ ਉਸਨੇ ਖਾਣਾ ਨਹੀਂ ਸੀ ਖਾਇਆ। ਅਸੀਂ ਜਦੋਂ ਉਹਦੇ ਟੈਸਟ ਕੀਤੇ ਤੇ ਉਹਨੂੰ HIV ਔਰ HCV ਦੋਵੇਂ ਚੀਜ਼ਾਂ ਉਹਨੂੰ ਨਿਕਲੀਆਂ ਔਰ ਉਹਦੇ ਬ੍ਰੇਨ 'ਚ HIV ਦੇ ਕਰਕੇ ਐਨਕੈਫਲਾਈਟਸ ਇੱਕ ਬਿਮਾਰੀ ਹੁੰਦੀ ਹੈ, ਉਹ ਬਿਮਾਰੀ ਉਸ ਨੂੰ ਨਿਕਲੀ। ਜਦੋਂ ਇਹ ਚੀਜ਼ ਔਰ ਉਹਨਾਂ ਕੋਲੇ ਬਹੁਤ ਜ਼ਿਆਦਾ ਟ੍ਰੀਟਮੈਂਟ ਦੀ ਕਾਸਟ ਨਹੀਂ ਸੀ ਹੈਗੀ ਜਾਂ ਫਾਈਨੈਂਸ਼ੀਅਲੀ ਬਹੁਤ ਪੂਅਰ ਲੋਕ ਸੀਗੇ ਉਹ, ਤੇ ਉਹਨਾਂ ਨੂੰ ਅਸੀਂ ਫਿਰ ART ਸੈਂਟਰ ਦੇ ਅੰਦਰ ਗੱਲ ਕਰਕੇ, ਗਵਰਨਮੈਂਟ ਮੈਡੀਕਲ ਕਾਲਜ ਦੇ ਅੰਦਰ ਗੱਲ ਕਰਕੇ ਉਹਨਾਂ ਨੂੰ ਉੱਥੇ ਰੈਫਰ ਕੀਤਾ, ਕਿਉਂਕਿ ਉਹਨਾਂ ਦੀ ਜਿਹੜੀ ਉੱਥੇ ਟ੍ਰੀਟਮੈਂਟ ਆ ਕਾਫੀ ਘੱਟ ਕਾਸਟ ਦੇ ਉੱਪਰ ਹੋ ਸਕਦੀ ਹੈਗੀ ਹੈ। ਪਰ ਤੁਸੀਂ ਦੇਖੋ ਇਹਨਾਂ ਦੀ ਟੈਸਟਿੰਗ ਨਹੀਂ ਕੀਤੀ ਗਈ, ਇਹਨਾਂ ਨੂੰ ਸਿਰਫ ਬੁਪਰੀਨੋਰਫਿਨ ਦਿੱਤੀ ਗਈ ਔਰ ਇਸ ਬੱਚੇ ਦੀ ਇਸ ਹਾਲਤ ਤੱਕ ਪਹੁੰਚਣ ਦਾ ਮੈਂ ਸਮਝਦਾ ਕਿ ਇਹ ਸਿਸਟਮ ਜ਼ਿੰਮੇਦਾਰ ਹੈ।
ਤੇ ਡਾਕਟਰ ਸਾਹਿਬ ਔਰ ਇਹ ਚੀਜ਼ ਸਾਨੂੰ ਡੇ 1 ਤੇ ਕਰ ਲੈਣੀ ਚਾਹੀਦੀ ਸੀਗੀ। ਜਿਸ ਦਿਨ ਉਹ ਬੱਚਾ ਜਿਹੜੇ ਵੀ ਹਸਪੀਟਲ ਦੇ ਅੰਦਰ ਪ੍ਰੈਜ਼ੈਂਟ ਕੀਤਾ ਜਾਂ ਜਿਹੜੇ ਓਟ ਸੈਂਟਰ ਦੇ ਅੰਦਰ ਜਾਂ ਜਿਹੜੇ ਪ੍ਰਾਈਵੇਟ ਸੈਂਟਰ ਦੇ ਅੰਦਰ ਪ੍ਰੈਜ਼ੈਂਟ ਕੀਤਾ, ਉਸੇ ਦਿਨ ਇਸ ਬੱਚੇ ਦਾ ਪੂਰੀ ਟੈਸਟਿੰਗ ਹੋ ਕੇ ਉਸ ਦਾ ਕਾਜ਼ ਆਇਡੈਂਟੀਫਾਈ ਕਰਕੇ ਤਾਂ ਉਸ ਨੂੰ ਟ੍ਰੀਟਮੈਂਟ ਜਿਹੜਾ ਹੈਗਾ ਦਿੱਤਾ ਜਾਣਾ ਚਾਹੀਦਾ ਸੀਗਾ। ਸੈਕਿੰਡ, ਜਿਹੜੀ ਫੈਮਿਲੀ ਹੈਗੀ ਹੈ ਉਹਨੂੰ ਐਡਵਾਈਜ਼ ਕਰਨਾ ਚਾਹੀਦਾ ਹੈਗਾ ਕਿ ਆ ਜਿਹੜੇ ਸੈਂਟਰਸ ਨੇ ਆਇਡੈਂਟੀਫਾਈਡ ਸੈਂਟਰਸ ਨੇ ਔਰ ਇੱਥੇ ਸਪੈਸ਼ਲਿਸਟ ਡਾਕਟਰਸ ਜਿਹੜੇ ਹੈਗੇ ਆ ਉਹ ਬੈਠਦੇ ਨੇ। ਥਰਡ, ਫੈਮਿਲੀ ਕਾਉਂਸਲਿੰਗਸ ਜਿਹੜੀਆਂ ਹੈਗੀਆਂ ਉਹ ਮਸਟ ਆ ਔਰ ਇੰਟੈਗਰਲ ਪਾਰਟ ਹੈਗਾ ਟ੍ਰੀਟਮੈਂਟ ਦਾ। ਫੋਰਥ, ਜਿਹੜੀ ਕਪਲ ਕਾਉਂਸਲਿੰਗ ਹੈ, ਯਾਨੀ ਕਿ ਹਸਬੈਂਡ ਔਰ ਵਾਈਫ ਜਿਹੜਾ ਕੋਈ ਨਸ਼ਾ ਕਰ ਰਿਹਾ, ਚਾਹੇ ਵਾਈਫ ਕਰ ਰਹੀ ਹੈ ਜਾਂ ਹਸਬੈਂਡ ਕਰ ਰਿਹਾ ਹੈ, ਉਹਨਾਂ ਦੋਵਾਂ ਦੀਆਂ ਜਿਹੜੀਆਂ ਕਪਲ ਕਾਉਂਸਲਿੰਗਸ ਨੇ ਔਰ ਇੰਡੀਵਿਜੂਅਲ ਕਾਉਂਸਲਿੰਗ ਉਹ ਪੇਸ਼ੈਂਟ ਦੀ ਹੈਗੀ ਹੈ, ਇਹ ਬਹੁਤ ਜ਼ਰੂਰੀ ਹੈ ਔਰ ਇਹ ਸਭ ਤੋਂ ਇੰਪੋਰਟੈਂਟ ਚੀਜ਼ ਹੈ ਪੇਸ਼ੈਂਟ ਦੇ ਟ੍ਰੀਟਮੈਂਟ ਦੇ ਅੰਦਰ, ਤਾਂ ਜੋ ਉਸ ਦਾ ਇਲਾਜ ਜਿਹੜਾ ਹੈਗਾ ਇੱਕ ਸੁਚੱਜੂ ਢੰਗ ਦੇ ਨਾਲ, ਇੱਕ ਸਹੀ ਮਹੀਨੇ ਦੇ ਅੰਦਰ ਔਰ ਸਹੀ ਤਰੀਕੇ ਦੇ ਨਾਲ ਪੇਸ਼ੈਂਟ ਦਾ ਜਿਹੜਾ ਟ੍ਰੀਟਮੈਂਟ ਹੈਗਾ ਉਹ ਕੀਤਾ ਜਾ ਸਕੇ। ਅਸੀਂ ਕਾਉਂਸਲਿੰਗ ਦੀ ਇੰਪੋਰਟੈਂਸ ਔਰ ਇੰਟਰਪਰਸਨਲ ਥੈਰੇਪੀ ਦੀ ਇੰਪੋਰਟੈਂਸ ਨੂੰ ਬਿਲਕੁਲ ਵੀ ਨਹੀਂ ਨਕਾਰ ਸਕਦੇ, ਜੋ ਕਿ ਸਾਡੀ ਅੱਜ ਦੀ ਤਰੀਕ ਦੇ ਅੰਦਰ ਲੈਕਿੰਗ ਹੈਗੀ ਹੈ। ਮੋਟੀਵੇਸ਼ਨ ਪੇਸ਼ੈਂਟ ਨੂੰ ਜਿਹੜਾ ਕਰਨਾ, ਮੋਟੀਵੇਟ ਕਰਨਾ ਉਸ ਨੂੰ ਨਸ਼ਾ ਛੱਡਣ ਦੇ ਲਈ ਔਰ ਰੀਹੈਬਿਲਿਟੇਟ ਕਰਨਾ, ਯਾਨੀ ਕਿ ਸਮਾਜ ਦੇ ਵਿੱਚ ਉਸ ਨੂੰ ਵਾਪਸ ਇੱਕ ਇਹੋ ਜਿਹੇ ਸਤਰ ਤੇ ਲੈ ਕੇ ਆਉਣਾ ਜਿਸ ਦੇ ਅੰਦਰ ਉਹ ਇੱਕ ਸਮਾਜ ਦਾ ਪ੍ਰੋਡਕਟਿਵ ਔਰ ਪ੍ਰੋਫਿਟੇਬਲ ਹਿੱਸਾ ਬਣ ਸਕੇ, ਤਾਂ ਕਿ ਉਹ ਆਪਣੇ ਆਪ ਨੂੰ ਕਿਸੇ ਵੀ ਚੀਜ਼ ਦੇ ਅੰਦਰ ਨੈਗੇਟਿਵ ਜਾਂ ਸਟਿਗਮੈਟਾਈਜ਼ਡ ਨਾ ਸਮਝੇ। ਇਹ ਚੀਜ਼ ਬਹੁਤ ਜ਼ਰੂਰੀ ਹੈ ਔਰ ਕਿਸੇ ਨੂੰ ਨਸ਼ੇੜੀ ਕਹਿ ਕੇ ਬੁਲਾਉਣਾ ਬਹੁਤ ਗਲਤ ਹੈ। ਇਹ ਇੱਕ ਬਿਮਾਰੀ ਹੈ ਜਿਹਦੇ ਕਿ ਮਲਟੀਫੈਕਟੋਰੀਅਲ ਕਾਜ਼ਸ ਹੈਗੇ ਨੇ ਔਰ ਮਲਟੀਫੈਕਟੋਰੀਅਲ ਟ੍ਰੀਟਮੈਂਟ ਆਪਸ਼ਨਸ ਅਵੇਲੇਬਲ ਹੋਣੀਆਂ ਚਾਹੀਦੀਆਂ ਇਹਨਾਂ ਪੇਸ਼ੈਂਟਸ ਨੂੰ। ਇਹਨਾਂ ਨੂੰ ਰੀਹੈਬਿਲਿਟੇਟ ਕਰਨ ਦਾ ਸਰਕਾਰ ਨੂੰ ਇੱਕ ਬਹੁਤ ਇੰਪੋਰਟੈਂਟ ਜਿਹੜਾ ਇਸ ਟਾਈਮ ਤੇ ਫੈਕਟਰ ਹੈਗਾ ਉਹ ਹੈਗੀ ਹੈ ਇੰਪਲੋਇਮੈਂਟ। ਇੱਥੇ ਹੀ ਇੰਪਲੋਇਮੈਂਟ ਮਿਲੇ, ਪੰਜਾਬ ਦੇ ਅੰਦਰ ਹੀ ਇੰਪਲੋਇਮੈਂਟ ਮਿਲੇ ਔਰ ਮੇਰੇ ਖਿਆਲ ਨਾਲ ਭਗਵੰਤ ਮਾਨ ਸਾਹਿਬ ਨੇ ਜੋ ਸਟੈਪਸ ਚੁੱਕੇ ਨੇ ਔਰ ਜਿਹੜੀਆਂ ਉਹਨਾਂ ਨੇ ਗੱਲਾਂ ਕਹੀਆਂ ਨੇ ਇੰਪਲੋਇਮੈਂਟ ਨੂੰ ਲੈ ਕੇ ਪੰਜਾਬ ਦੇ ਅੰਦਰ, ਉਹ ਬਹੁਤ ਇੰਪੋਰਟੈਂਟ ਨੇ ਔਰ ਰੱਬ ਕਰੇ ਸਾਡਾ ਪੰਜਾਬ, ਰੰਗਲਾ ਪੰਜਾਬ ਔਰ ਹੱਸਦਾ ਵਸਦਾ ਪੰਜਾਬ ਦੁਬਾਰਾ ਉਸ ਸਟੇਜ ਤੇ ਆਵੇ ਜੋ ਕਿ ਨੰਬਰ 1 ਸਟੇਟ ਸੀ GDP ਦੇ ਅੰਦਰ। ਡਾਕਟਰ ਸਾਹਿਬ ਲਾਸਟ ਵਾਲਾ ਮੇਰਾ ਜੀ, PGI ਦੀ ਰਿਪੋਰਟ ਦੀ ਸੀ ਗੱਲ ਕਰ ਲਈ ਵੀ ਲਾਈਨ ਆਫ ਟ੍ਰੀਟਮੈਂਟ 'ਚ ਸੁਧਾਰ ਦੀ ਲੋੜ ਹੈ। ਇਸ ਤੋਂ ਇਲਾਵਾ ਕੋਈ ਹੋਰ ਸਟੱਡੀ ਹੈਗੀ ਹੈ ਜਿਹਦੇ 'ਚ ਕਿਹਾ ਗਿਆ ਹੈ ਵੀ ਇਹਦੇ 'ਚ ਸੁਧਾਰ ਦੀ ਲੋੜ ਹੈ? ਕਿਉਂਕਿ ਜਿਸ ਮਕਸਦ ਦੇ ਨਾਲ ਇਹ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ, ਆਪਾਂ ਸਾਰੀ ਇੰਟਰਵਿਊ ਦਾ ਉਹਦਾ ਕਰਕਸ ਕੱਢ ਲਈਏ, ਉਹਦਾ ਕਰਕਸ ਇਹ ਹੈ ਵੀ ਜਿਸ ਮਕਸਦ ਨਾਲ ਇਹ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ ਉਹ ਮਕਸਦ ਪੂਰਾ ਨਹੀਂ ਹੋਇਆ, ਕਿਉਂਕਿ ਅਸੀਂ ਹੀਰੋਇਨ ਛਡਾ ਕੇ ਦੂਸਰੀ ਦਵਾਈ ਲਾਤੀ ਬੁਪਰੀਨੋਰਫਿਨ, ਜਿਹੜੀ ਕਿ ਸੈਂਟਰ 'ਚੋਂ ਮਿਲਦੀ ਹੈ, ਉਹ ਲੈਣ ਬੰਦਾ ਜਾਂਦਾ ਨਾ, ਉਹ ਕੰਮ ਕਰ ਸਕਦਾ ਹੈ, ਰੋਜ਼ ਉਹਨੂੰ ਲੈਣ ਜਾਣਾ ਪੈਂਦਾ। ਉਹ ਕੋਈ ਹੋਰ ਕੋਈ ਸਟੱਡੀ ਹੈਗੀ ਹੈ? ਇਨਫੈਕਟ ਇਹਦੇ ਵਿੱਚ ਗਵਰਨਮੈਂਟ ਨੇ ਚੇਂਜ ਕੀਤਾ ਸੀਗਾ 2020 ਦੇ ਅੰਦਰ ਔਰ ਪੇਸ਼ੈਂਟਸ ਨੂੰ 14 ਦਿਨ ਦੀ ਟੇਕ ਹੋਮ ਡੋਜ਼ ਜਿਹੜੀ ਹੈਗੀ ਆ ਉਹ ਮਿਲ ਰਹੀ ਸੀ। ਪਰ ਅਗਰ ਆਪਾਂ ਇਸ ਨੂੰ ਦੇਖੀਏ, ਇਸ ਪ੍ਰੋਗਰਾਮ ਨੂੰ ਓਵਰਆਲ ਅਸੈਸਮੈਂਟ ਇਸ ਪ੍ਰੋਗਰਾਮ ਦੀ ਕਰੀਏ, ਕਿਉਂਕਿ ਇਹ ਨਸ਼ਾ ਠੀਕ ਨਹੀਂ ਹੋਇਆ। ਪੰਜਾਬ ਦੇ ਅੰਦਰ ਸਪਲਾਈ ਲਾਈਨ ਕੱਟ ਆਫ ਪ੍ਰੋਪਰਲੀ ਨਹੀਂ ਹੋਈ, ਜਿਹੜਾ ਟ੍ਰੀਟਮੈਂਟ ਅਵੇਲੇਬਿਲਿਟੀ ਹੈਗੀ ਸੀ ਉਹ ਵੀ ਪ੍ਰੋਪਰਲੀ ਨਹੀਂ ਹੋਈ, ਤਾਂ ਹੀ ਸਰਕਾਰ, ਇਹ ਨਵੀਂ ਸਰਕਾਰ ਨੂੰ ਐਡੇ ਵੱਡੇ ਮੈਂਡੇਟ ਦੇ ਨਾਲ ਬਦਲਾਅ ਲਿਆਂਦਾ ਗਿਆ। ਐਡਾ ਵੱਡਾ ਮੈਂਡੇਟ ਜਿਹੜਾ ਹੈਗਾ ਉਹ ਸਰਕਾਰ ਨੂੰ ਮਿਲਿਆ ਹੈਗਾ, 92 ਸੀਟਾਂ, ਮੇਰੇ ਖਿਆਲ ਨਾਲ ਇੱਕ ਇਤਿਹਾਸ ਹੋਏਗਾ। ਔਰ ਕਿਉਂਕਿ ਪੰਜਾਬ 'ਚ ਨਸ਼ਾ ਬਹੁਤ ਵੱਡੀ ਸਮੱਸਿਆ ਸੀ ਤੇ ਇੱਕ ਇਹ ਆਰੋਪ ਲੱਗਦੇ ਸੀ ਕਿ ਲਿਆਉਣ ਵਾਲੇ ਇਹਨਾਂ ਨੂੰ ਰਾਜਨੀਤਿਕ ਪਾਰਟੀਆਂ ਦਾ ਸੰਰਕਸ਼ਣ ਹੈ। ਇਸ ਕਰਕੇ ਮੈਂ ਪਿੰਡਾਂ 'ਚ ਜਾ ਕੇ ਵੀ ਸਟੋਰੀਆਂ ਕੀਤੀਆਂ ਸੀਗੀਆਂ, ਬਹੁਤ ਉੱਥੇ ਲੋਕ ਦੁਖੀ ਸੀਗੇ, ਬਹੁਤ ਲੋਕ ਆਪਣਾ ਰੋਣਾ ਰੋਂਦੇ ਸੀਗੇ ਵੀ ਸਾਡੇ ਜਿਹੜੇ ਬੱਚੇ ਹੈ ਉਹ ਨਸ਼ੇ ਦੇ ਆਦੀ ਹੋ ਗਏ, ਅਸੀਂ ਕਰੀਏ ਤੇ ਕਰੀਏ ਕੀ। ਇਸ ਕਰਕੇ ਇੱਕ ਬਹੁਤ ਵੱਡਾ ਬਦਲਾਅ ਹੈ। ਹੋਰ ਵੀ ਕਈ ਗੱਲਾਂ ਨੇ। ਸੋ ਵਨ ਆਫ ਦੀ ਫੈਕਟਰਸ was drug addiction and unemployment. ਸਰਕਾਰ ਹੁਣ ਬਦਲੀ ਹੈ, ਮੈਂ ਇਸ ਨਵੀਂ ਬਦਲੀ ਹੋਈ ਸਰਕਾਰ ਕੋਲੋਂ ਇਹ ਡੈਫੀਨੇਟਲੀ ਆਸ ਕਰਦਾ ਕਿ ਕੁਝ ਪੋਜ਼ਿਟਿਵ ਕਦਮ ਜਿਹੜੇ ਹੈਗੇ ਹੈ ਉਹ ਇਸ ਡਾਇਰੈਕਸ਼ਨ ਦੇ ਵਿੱਚ ਹੁਣ ਚੁੱਕੇ ਜਾਣਗੇ। ਕਿ ਤੁਸੀਂ ਕਹਿ ਰਹੇ ਹੋ ਕਿ ਸਟੱਡੀਜ਼ ਜਿਹੜੀਆਂ ਹੈਗੀਆਂ ਨੇ ਉਹਨਾਂ ਨੇ ਸ਼ੋਅ ਕੀਤਾ ਹੈਗਾ, ਸਟੱਡੀਜ਼ ਨੇ ਆਬਜੈਕਟਿਵਲੀ ਜ਼ਰੂਰ ਦੱਸਿਆ ਹੋਏਗਾ, ਪਰ ਲੋਕਾਂ ਨੇ ਇਸ ਤੋਂ ਪਹਿਲਾਂ ਹੀ ਦੱਸ ਦਿੱਤਾ ਸੀਗਾ ਕਿ ਇਹ ਜਿਹੜਾ ਮਾਡਲ ਹੈਗਾ ਆਫ ਟ੍ਰੀਟਮੈਂਟ, ਇਹਨੂੰ ਚੇਂਜ ਕਰਨ ਦੀ ਲੋੜ ਹੈਗੀ ਹੈ। ਇਹਦੇ ਨਾਲ ਨਾਲ ICMR ਸਟੱਡੀ ਜਿਹੜੀ ਹੈਗੀ ਹੈ, ਜਿਹੜੀ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਹੈ, ਉਹਨਾਂ ਨੇ ਵੀ ਸਟੱਡੀਜ਼ ਇਹਦੇ ਉੱਤੇ ਕੀਤੀਆਂ ਨੇ। ਜਿਵੇਂ ਤੁਸੀਂ 12% ਲੋਕ ਕਹਿ ਰਹੇ ਹੋ ਕਿ ਕੋਈ ਨਾ ਕੋਈ ਨਸ਼ਾ ਲੈ ਰਹੇ ਹੈਗੇ, PGI ਦੀ ਸਟੱਡੀ ਹੈ। ਇਸ ਦੇ ਨਾਲ ਨਾਲ ਹੀ ICMR ਦੀ ਵੀ ਸਟੱਡੀ ਹੈਗੀ ਹੈ ਜਿਹੜੀ ਕਿ ਸ਼ੋਅ ਕਰਦੀ ਹੈ ਕਿ ਬੁਪਰੀਨੋਰਫਿਨ ਨੋ ਡਾਊਟ ਇੱਕ ਅੱਛਾ ਟ੍ਰੀਟਮੈਂਟ ਹੈਗਾ
ਔਰ ਇਹ ਲੋਕਾਂ ਨੂੰ ਨਸ਼ੇ ਦੇ ਵਿੱਚੋਂ ਦੀ ਕੱਢ ਰਿਹਾ ਹੈ। ਪਰ ਇਹਦੀ ਕਿਤੇ ਨਾ ਕਿਤੇ ਸਮੀਖਿਆ ਕਰਨ ਦੀ ਲੋੜ ਹੈ ਔਰ ਇਸ ਨੂੰ ਚੇਂਜ ਕਰਕੇ ਇੱਕ ਮਾਡਲ ਨੂੰ ਡੈਫੀਨੇਟਲੀ ਇਟ ਕੈਨ ਬੀ ਬੇਸਡ ਔਨ buprenorphine, ਬਟ the model has to have checks and balances, ਯਾਨੀ ਕਿ ਇਹਦੇ ਅੰਦਰ ਇਹਨਾਂ ਦੀ ਕਿ ਜਿਹੜੀ ਸਮੀਖਿਆਕਰਨ ਹੈ ਉਹ ਟਾਈਮ ਟੂ ਟਾਈਮ ਹੋਣੀ ਚਾਹੀਦੀ ਹੈ। ਕਿੰਨੇ ਮਰੀਜ਼ ਇਹਦੇ ਤੋਂ ਟਰੀਟ ਹੋ ਗਏ ਨੇ, ਉਹਨਾਂ ਨੂੰ ਐਗਜ਼ਿਟ ਆਊਟ ਪਲਾਨ ਹੋਣਾ ਚਾਹੀਦਾ, ਉਹਨਾਂ ਨੂੰ ਰੀਹੈਬਿਲਿਟੇਟ ਕਰਨਾ ਚਾਹੀਦਾ, ਉਹਨਾਂ ਨੂੰ ਜਿਵੇਂ ਮੈਂ ਕਿਹਾ ਮੇਨ ਸਟ੍ਰੀਮ ਦੇ ਅੰਦਰ ਯਾਨੀ ਕਿ ਸੋਸ਼ਲ ਨੈਟਵਰਕ ਦੇ ਅੰਦਰ ਦੁਬਾਰਾ ਫਿੱਟ ਕਰੋ, ਉਹਨਾਂ ਨੂੰ ਇੰਪਲੋਏ ਕੀਤਾ ਜਾਏ ਤਾਂ ਕਿ ਸਾਡਾ ਜਿਹੜਾ ਸਮਾਜ ਹੈਗਾ ਉਹ ਚੇਂਜ ਹੋ ਸਕੇ। ਧੰਨਵਾਦ ਸਾਡੇ ਨਾਲ ਗੱਲ ਕਰਨੀ। ਇਹ ਸਨ ਡਾਕਟਰ ਹਰਜੋਤ ਮੱਕੜ, ਸਾਈਕੈਟਰਿਸਟ ਨੇ, ਲੰਬੇ ਸਮੇਂ ਤੋਂ ਐਸੇ ਯੁਵਾਵਾਂ ਦਾ ਇਲਾਜ ਕਰ ਰਹੇ ਨੇ ਜਿਹੜੇ ਕਿ ਨਸ਼ਾ ਲੈਂਦੇ ਸੀ। ਇਹਨਾਂ ਨੇ ਇਹ ਵੀ ਦੱਸਿਆ ਵੀ ਬਿਲਕੁਲ buprenorphine ਹੱਲ ਨਹੀਂ ਹੈ ਨਸ਼ੇ ਨੂੰ ਛਡਾਉਣ ਦਾ, ਉਹਦੇ ਨਾਲ ਨਾਲ ਨਸ਼ਾ ਕਿਉਂ ਲਿਆ ਜਾ ਰਿਹਾ, ਉਹਦੀ ਕਾਉਂਸਲਿੰਗ, ਹੋਰ ਵੀ ਕਈ ਦਵਾਈਆਂ ਨੇ, ਤਾਂ ਕਿ ਮਕਸਦ ਸਰਕਾਰ ਦਾ ਇਹ ਨਹੀਂ ਸੀਗਾ ਕਿ ਇੱਕ ਹੀਰੋਇਨ ਜਾਂ ਸਮੈਕ ਉਹਨੂੰ ਛਡਾ ਕੇ buprenorphine ਲਾਤੀ ਜਾਏ। ਮਕਸਦ ਸੀਗਾ ਕਿ ਜਿਹੜੇ ਲੋਕ ਨਸ਼ਾ ਕਰਦੇ ਨੇ ਉਹਨਾਂ ਦਾ ਬਿਲਕੁਲ ਇਲਾਜ ਕਰਾਉਣਾ, ਟ੍ਰੀਟਮੈਂਟ ਕਰਾਉਣਾ ਤੇ ਉਹਨਾਂ ਨੂੰ ਮੁੜ ਵਸੇਵੇਂ ਵਾਸਤੇ ਸਹੀ ਰਸਤੇ ਤੇ ਲੈ ਕੇ ਆਉਣਾ। ਤੁਹਾਨੂੰ ਇਹ ਵੀ ਦੱਸਣਾ ਚਾਹੂੰਗਾ ਮੈਂ, ਪਿਛਲੀ ਸਰਕਾਰ ਦੇ ਵੇਲੇ ਕਰੀਬ ਇੱਕ ਜਿਹੜੀ buprenorphine ਦੀ ਗੱਲ ਕੀਤੀ ਜਾਂਦੀ ਹੈ, 200 ਕਰੋੜ ਰੁਪਏ ਦੀ buprenorphine ਨੂੰ ਲੈ ਕੇ ਸਰਕਾਰ ਤੇ ਕਈ ਤਰ੍ਹਾਂ ਦੇ ਆਰੋਪ ਵੀ ਲੱਗੇ ਸੀਗੇ, ਜਿਨ੍ਹਾਂ ਦਾ ਕਿ ਪਤਾ ਹੀ ਨਹੀਂ ਚੱਲਿਆ ਸੀ ਉਹ ਦਵਾਈ ਗਈ ਕਿੱਥੇ। ਨਾ ਨੂੰ ਜਾਂਚ ਤਾਂ ਹੋਈ ਪਰ ਬਾਅਦ ਜਾਂਚ ਨੂੰ ਠੰਡੇ ਬਸਤੇ 'ਚ ਪਾਤਾ ਗਿਆ। ਅਸੀਂ ਉਮੀਦ ਕਰਦੇ ਹਾਂ ਪੰਜਾਬ ਦੀ ਨਵੀਂ ਸਰਕਾਰ ਤੋਂ, ਆਮ ਆਦਮੀ ਪਾਰਟੀ ਦੀ ਸਰਕਾਰ ਤੋਂ, ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਕਿ ਉਹ ਇਹਨੂੰ ਲੈ ਕੇ ਗੰਭੀਰਤਾ ਵਿਖਾਉਣਗੇ ਤੇ ਸਾਡੇ ਜਿਹੜੇ ਯੁਵਕ ਤੇ ਜੋ ਬੱਚੀਆਂ ਦੇ ਨੌਜਵਾਨ ਜਿਹੜੇ ਨਸ਼ੇ ਦੀ ਦਲਦਲ 'ਚ ਜਾ ਰਹੇ ਨੇ ਉਹਨਾਂ ਨੂੰ ਬਾਹਰ ਲਿਆ ਸਕਣਗੇ। ਅੰਮ੍ਰਿਤਸਰ ਤੋਂ D4U ਨਿਊਜ਼ ਲਈ ਦੀਪਕ ਭੰਡਾਰੀ ਦੀ ਖਾਸ ਰਿਪੋਰਟ।